ਉਹ ਜਿਹੜਾ ਗੋਦੀ ਮੀਡੀਆ ਹੈ ਉਹ ਪਰਿਭਾਸ਼ਿਤ ਕਰਦਾ ਇਸ ਤਰੀਕੇ ਦੇ ਡਿਵਾਈਸਿਵ ਮੀਡੀਆ ਨੂੰ। ਜਿਵੇਂ ਤੁਸੀਂ ਸਮਾਜ ਦੇ ਵਿੱਚ ਅਲੱਗ-ਅਲੱਗ ਫਿਰਕਿਆਂ ਦੇ ਵਿੱਚ ਤਣਾਅ ਪੈਦਾ ਕਰਨਾ ਹੈ, ਭੜਕਾਉਣਾ ਹੈ, अपनी टीआरपी जनरेट करने की खातर, कैची हेडलाइन जनरेट करने की खातर। एक चैनल्स का एक रेवेन्यू मॉडल अब बन चुका है कि भाई ऐसे अगर नफरती हेडलाइंस अगर आप देंगे तो लोग ज़्यादा जुड़ेंगे। हालांकि ਕਰਨ ਨੂੰ ਤਾਂ ਥਾਣੇਦਾਰ ਹੀ ਸਭ ਕਰ ਸਕਦਾ ਹੈ, ਕੇਸ ਰਜਿਸਟਰ ਹੁੰਦੇ ਨੇ ਨਾ, ਫਿਰ ਇਹਨਾਂ ਜਿਹੜੇ ਐਂਕਰਸ ਦੇ ਖਿਲਾਫ ਜਦੋਂ ਭੜਕਾਊ ਇਸ ਤਰੀਕੇ ਦੀਆਂ ਗੱਲਾਂ ਕਰਦੇ ਨੇ ਤਾਂ ਪਰਚੇ ਰਜਿਸਟਰ ਹੋ ਜਾਂਦੇ ਨੇ। ਲੇਕਿਨ ਇੱਥੇ ਦੇਖਿਆ ਗਿਆ ਕਿ ਕੋਈ ਮਤਲਬ ਕਿਸੇ ਪੰਜਾਬ ਦੇ ਵਿੱਚ ਕੋਈ ਪਰਚਾ ਰਜਿਸਟਰ ਕਰਤਾ, ਕਿਸੇ ਨੇ ਰਾਜਸਥਾਨ 'ਚ ਪਰਚਾ ਰਜਿਸਟਰ ਕਰਤਾ। ਜਿੱਥੇ ਸਰਕਾਰਾਂ ਦੀਆਂ ਅਦਾਲਤਾਂ ਦੀ ਜ਼ਿੰਮੇਵਾਰੀ ਹੈ ਉੱਥੇ ਇਹਨਾਂ ਪਰਸਨਲ ਲੋਕਾਂ ਤੋਂ ਵੀ ਪੁੱਛਣਾ ਚਾਹੀਦਾ ਕਿ ਤੁਹਾਡੇ ਜ਼ਮੀਰ ਜਾਂ ਤੁਹਾਡੀ ਜਿਹੜੀ ਐਜੂਕੇਸ਼ਨ ਹੈ, ਜਰਨਲਿਜ਼ਮ ਦੀ ਜਿਹੜੀ ਟ੍ਰੇਨਿੰਗ ਹੈ, ਉਹਦੇ ਵਿੱਚ ਕੀ ਇਹ ਦੱਸਿਆ ਜਾਂਦਾ ਹੈ। ਤੁਸੀਂ ਚੀਜ਼ਾਂ ਨੂੰ ਸਬਡਿਊ ਵੀ ਕਰ ਸਕਦੇ ਹੋ, ਤੁਸੀਂ ਚੀਜ਼ਾਂ ਨੂੰ ਮੋਡਰੇਟ ਬੈਟਰ ਤਰੀਕੇ ਨਾਲ ਕਰ ਸਕਦੇ ਹੋ। ਸੌਰੀ ਟੂ ਯੂਜ਼ ਦਿਸ ਵਰਡ, ਟੂਲ ਕਿਟ ਬਣ ਗਈ ਹੈ। ਨੈਸ਼ਨਲ ਚੈਨਲ ਦੀ ਇੱਕ ਟੂਲ ਕਿਟ ਹੈ ਵੀ ਇਸ ਤਰੀਕੇ ਦੇ ਐਕਸਪ੍ਰੈਸ਼ਨ, ਇਸ ਤਰੀਕੇ ਦੇ ਰੰਗ, ਇਸ ਤਰੀਕੇ ਦੇ ਸਾਰਾ ਦਾ ਸਾਰਾ ਡਿਜ਼ਾਈਨ। ਸੋ ਐਵਰੀਥਿੰਗ ਇਜ਼ ਡਿਜ਼ਾਈਨਡ ਹੇਅਰ। ਤੇ ਹੁਣ ਤਾਂ ਐਡੀਟਰ ਸੰਪਾਦਕੀ ਜਿਹੜਾ ਹੈਗਾ ਉਹ ਪੂਰੀ ਦੀ ਪੂਰੀ ਸਕੀਮ ਦੇ ਵਿੱਚ ਖੁਦ ਇਨਵੋਲਵਡ ਹੈ। ਉੱਥੋਂ ਦਾ ਤੁਹਾਡੀਆਂ ਕਹਾਣੀਆਂ ਜਨਰੇਟ ਹੁੰਦੀਆਂ ਨੇ। ਕਿਸੇ ਐਂਕਰ ਨੇ ਕੋਈ ਵੀ ਨਫ਼ਰਤ ਫੈਲਾਉਣ ਵਾਲੇ ਬੰਦੇ ਨੂੰ ਫਲੈਗ ਨਹੀਂ ਕੀਤਾ ਜਾਂ ਉਹਨੂੰ ਹਵਾ ਦਿੱਤੀ ਹੋਰ, ਤਾਂ ਦੈਨ ਐਕਸ਼ਨ ਸ਼ੁੱਡ ਬੀ ਟੇਕਨ ਅਗੇਂਸਟ ਸੱਚ ਪਰਫਾਰਮਰਸ ਔਰ ਪ੍ਰੈਜ਼ੈਂਟਰਸ। ਸੋ ਉਸ ਤਰੀਕੇ ਦਾ ਜਦੋਂ ਸਿਸਟਮ ਬਣੇਗਾ ਤਾਂ ਫਿਰ ਕੰਮ ਸੂਤ ਆਏਗਾ। ਤੁਸੀਂ ਕਹੋਗੇ ਜੀ ਕਿ ਜਿਹੜਾ ਆਹ ਕੰਮ ਕਰਦੇ ਪਏ ਨੇ, ਜਿਹੜੇ ਫੇਫੜੇ ਫੜ ਕੇ ਜਿਹੜੇ ਲੋਕ ਇੰਨਾ ਰੌਲਾ ਪਾ ਰਹੇ ਨੇ, ਇਹ ਕਹਿਣਗੇ ਅਸੀਂ ਦੇਸ਼ ਭਗਤ ਲੋਕ ਹਾਂ, ਅਸੀਂ ਦੇਸ਼ ਭਗਤੀ ਕਰ ਰਹੇ ਹਾਂ। नमस्कार, आदाब, सत श्री अकाल। इस ख़ास प्रोग्राम में एक बार फिर से मैं मणिमुख शर्मा आप सबका इस्तकबाल करता हूँ। हिंदुस्तान की टेलीविज़न मीडिया के ज़रिए नफ़रत फैलाया जा रहा है, ये पहले भी हम इस बारे में बात कर चुके हैं, लेकिन अब मामला बड़ा संगीन हो गया है क्योंकि IIM बेंगलोर के बहुत से प्रोफेसर्स ने एक खुली चिट्ठी लिखी है हाल ही में हिंदुस्तान के कॉरपोरेट्स को, उनसे ये दरख्वास्त करते हुए कि इन टेलीविज़न चैनल्स पे वो इन्वेस्ट ना करें, उनके प्रोग्राम्स को स्पॉन्सर ना करें और किसी भी तरह से उन लोगों को सपोर्ट ना करें। इसके बारे में आज बहुत डिटेल में हम बात करेंगे। मेरे साथ एक बार फिर से जुड़े हैं मेरे सहयोगी रितेश लखी साहब। रितेश जी, आपका बहुत बहुत स्वागत है। धन्यवाद मनी जी। हम क्योंकि पहले भी इस बारे में बात कर चुके हैं, आप देख रहे हैं पीछे जो हेडलाइंस का हमने एक बनाया हुआ है, इस तरह के हेडलाइंस पिछले कई सालों में हमने अलग अलग हिंदुस्तान के टेलीविज़न चैनल्स पे देखा है। कुछ इस तरह से माहौल बन गया है कि अब IIM बेंगलोर जैसे इंस्टीट्यूशन के प्रोफेसर्स ने, अब उनको लग गया है कि भाई अब देश अगर बचाना है तो उन लोगों को ही कुछ करना होगा, हर एक को करना होगा, ख़ास करके कॉर्पोरेट्स को, जो क्योंकि पूरा पैसा उन्हीं की तरफ से आता है। इन चैनल्स को वो डिसेंटिवाइज करना पड़ेगा कि वो हेट प्रोग्राम्स ना करें। क्या लगता है आपको कि बिल्कुल सही है, ये चीज़ उठनी जरूरी सी, क्योंकि देखो गोदी मीडिया ਜਿਹੜਾ ਸ਼ਬਦ ਆਇਆ, ਹਾਲਾਂਕਿ ਚਲੋ ਉਹ ਇੱਕ ਪ੍ਰਧਾਨ ਮੰਤਰੀ ਦੇ ਸਰਨੇਮ ਦੇ ਨਾਲ ਜੋੜ ਕੇ ਰਾਈਮ ਕਰਕੇ ਓਪੋਨੈਂਟਸ ਨੇ, ਐਡਵਰਸਰੀਜ਼ ਨੇ ਬਣਾਇਆ, ਲੇਕਿਨ ਉਹ ਜਿਹੜਾ ਗੋਦੀ ਮੀਡੀਆ ਹੈ ਉਹ ਪਰਿਭਾਸ਼ਿਤ ਕਰਦਾ ਇਸ ਤਰੀਕੇ ਦੇ ਡਿਵਾਈਸਿਵ ਮੀਡੀਆ ਨੂੰ। ਐਂਡ ਜੇ ਆਪਾਂ ਟੈਕਸਟ ਬੁੱਕ ਡੈਫੀਨੇਸ਼ਨ ਤੇ ਜਾਈਏ ਕਿ ਮੀਡੀਆ ਦੇ ਰੋਲ ਤੇ ਮੀਡੀਆ ਦੀ ਭੂਮਿਕਾ, ਉਹਦਾ ਸਭ ਤੋਂ ਵੱਡਾ ਇੱਕ ਜਿਹੜਾ ਰੋਲ ਹੈ ਉਹ ਜੋੜਨ ਦਾ ਹੋਣਾ ਚਾਹੀਦਾ ਹੈ। ਦੇਰ ਯੂਜ਼ ਟੂ ਬੀ ਅ ਟਾਈਮ ਜਦੋਂ ਕਿ ਮੀਡੀਆ ਦਾ ਕੰਮ ਯੂਨੀਫਿਕੇਸ਼ਨ ਹੋਇਆ ਕਰਦਾ ਸੀ। ਯੂਨਿਟੀ ਵਾਜ਼, ਜਿਵੇਂ ਨਾ ਐਜੂਕੇਟ, ਇਨਫੋਰਮ, ਅਵੇਅਰਨੈਸ ਲੈ ਕੇ ਆਉਣਾ, ਉਵੇਂ ਇੱਕ ਮੀਡੀਆ ਦਾ ਬੜਾ ਅਹਿਮ ਜਿਹੜਾ ਰੋਲ ਸੀ ਉਹ ਯੂਨੀਫਾਈ ਕਰਨਾ ਹੁੰਦਾ ਸੀ, ਲੋਕਾਂ ਨੂੰ ਇਕੱਠੇ ਇੱਕ ਪਲੇਟਫਾਰਮ ਤੇ ਲੈ ਕੇ ਆ ਕੇ ਉਹਨਾਂ ਨੂੰ ਯੂਨਾਈਟ ਕਰਨਾ। ਸੋ ਉਹ ਚੀਜ਼ ਖਤਮ ਹੋ ਗਈ, ਉਲਟਾ ਹੁਣ ਡਿਵਾਈਸਿਵ ਕੰਮ ਸ਼ੁਰੂ ਹੋ ਗਿਆ ਵੀ ਕਿਵੇਂ ਤੁਸੀਂ ਸਮਾਜ ਦੇ ਵਿੱਚ ਅਲੱਗ-ਅਲੱਗ ਫਿਰਕਿਆਂ ਦੇ ਵਿੱਚ ਤਣਾਅ ਪੈਦਾ ਕਰਨਾ ਹੈ, ਭੜਕਾਉਣਾ ਹੈ, ਆਪਣੀ TRP ਜਨਰੇਟ ਕਰਨ ਦੀ ਖਾਤਰ, ਕੈਚੀ ਹੈਡਲਾਈਨ ਜਨਰੇਟ ਕਰਨ ਦੀ ਖਾਤਰ। ਕਿਤੇ ਮਸਲਾ ਸਿਰਫ ਇਕੱਲਾ TRP ਜਨਰੇਟ ਕਰਨ ਦਾ ਨਹੀਂ ਹੈ ਕਿ ਤੁਸੀਂ ਇਸ ਤਰੀਕੇ ਦੀ ਭੜਕਾਊ ਹੈਡਲਾਈਨਸ ਦੇ ਕੇ ਸਿਰਫ ਜ਼ਿਆਦਾ ਲੋਕਾਂ ਨੂੰ ਆਪਣੇ ਵੱਲ ਖਿੱਚਣਾ, ਜ਼ਿਆਦਾ ਆਈਬਾਲਸ ਲੈਣਾ ਚਾਹ ਰਹੇ ਹੋ, ਆਪਣੀ ਵਿਊਅਰਸ਼ਿਪ ਵਧਾਉਣਾ ਚਾਹ ਰਹੇ ਹੋ। ਮੁੱਦਾ ਹੈ ਕਿ ਇਸ ਦੇ ਨਾਲ ਫਿਰ ਏਜੰਡਾ ਡਰਿਵਨ ਕੰਮ ਸ਼ੁਰੂ ਹੋ ਗਿਆ, ਜਿਸ ਦੇ ਨਾਲ ਸਿਆਸੀ ਪਾਰਟੀਆਂ ਦੇ ਤੁਸੀਂ ਮਕਸਦਾਂ ਨੂੰ ਪੂਰਾ ਕਰਨ ਦੇ ਟੂਲ ਵਜੋਂ ਵਰਤੇ ਜਾਣ ਲੱਗੇ, ਐਂਡ ਬਹੁਤ ਹੀ ਇੱਕ ਚੰਗੇ ਤਰੀਕੇ ਦੇ ਨਾਲ। ਫਿਰ ਤੁਹਾਡੀ ਫੰਡਿੰਗ ਦੇ ਵਿੱਚ ਵੀ ਉਸ ਤਰੀਕੇ ਦੀ ਤੁਹਾਨੂੰ ਫੇਵਰਸ ਮਿਲਣੀਆਂ ਸ਼ੁਰੂ ਹੋ ਗਈਆਂ। ਇਸ਼ਤਿਹਾਰਬਾਜ਼ੀ ਤੁਹਾਨੂੰ ਚੰਗੀ ਮਿਲ ਜਾਏਗੀ, ਸਰਕਾਰ ਤੋਂ ਐਡ ਚੰਗੀ ਮਿਲ ਜਾਏਗੀ, ਰੂਲਿੰਗ ਪਾਰਟੀਆਂ ਤੁਹਾਨੂੰ ਚੰਗੀ ਐਡਸ ਦੇ ਦੇਣਗੀਆਂ। ਲੇਕਿਨ ਜੇ ਤੁਸੀਂ ਉਹਨਾਂ ਦੇ ਹਿਸਾਬ ਨਾਲ ਨਹੀਂ ਚੱਲਦੇ ਹੋ, ਜੇ ਜੋ ਗੱਲਾਂ ਬਾਤਾਂ ਉਹਨਾਂ ਨੂੰ ਨਹੀਂ ਸੂਟ ਕਰਦੀਆਂ, ਤਾਂ ਫਿਰ ਤੁਹਾਨੂੰ ਭੁਗਤਣਾ ਪਏਗਾ। ਯੂ ਵਿਲ ਬੀ ਐਟ ਦ ਰਿਸੀਵਿੰਗ ਐਂਡ। ਸੋ ਚੰਗੀ ਗੱਲ ਹੈ ਜੇ ਪ੍ਰੋਫੈਸਰਸ ਇਸ ਤਰੀਕੇ ਦੇ ਨਾਲ ਖੁੱਲ੍ਹ ਕੇ ਆਏ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ। ਆਈ ਥਿੰਕ ਯੂ ਕੈਨ ਐਲੈਬੋਰੇਟ ਇਟ ਬੈਟਰ ਕਿ ਕਿੱਥੋਂ ਉਹਨਾਂ ਦੇ ਮਨ ਦੇ ਵਿੱਚ ਗੱਲਬਾਤ ਆਈ, ਕਿਉਂ ਉਹਨਾਂ ਨੇ ਮਹਿਸੂਸ ਕੀਤਾ। ਲੇਕਿਨ ਇੰਟੈਲੀਜੈਂਸੀਆ ਜਿਹੜਾ ਮੁਲਕ ਦਾ ਹੈ ਉਹ ਵੀ ਧਿਰਾਂ ਨਹੀਂ ਬਣ ਸਕਦਾ। ਉਹ ਇਹ ਵੀ ਨਹੀਂ ਕਿ ਤੁਸੀਂ ਇੱਕ ਪਾਸੇ ਕਿਸੇ ਦੇ ਨਾਲ ਸਾਈਡ ਕਰੋ, ਬਲਕਿ ਤੁਹਾਨੂੰ ਸਮਾਜ ਦੇ ਵਿੱਚ ਚੰਗਾ ਮੀਡੀਆ
ਦਾ ਰੋਲ ਕੀ ਹੋਣਾ ਚਾਹੀਦਾ, ਭੂਮਿਕਾ ਕੀ ਹੋਣੀ ਚਾਹੀਦੀ ਹੈ, ਇਸ ਨੂੰ ਲਾਣਾ ਚਾਹੀਦਾ ਹੈ स्पॉटलाइट ਦੇ ਵਿੱਚ, जो कि ਮੈਨੂੰ ਲੱਗਦਾ ਇਹਨਾਂ प्रोफेसर्स ने लेके आंदा है। हाँ हाँ, क्योंकि पहले भी ऐसे जो है इनिशिएटिव्स लिए गए हैं। एक 2020 में जब कोरोना वायरस का ये एपिडेमिक शुरू हुआ था, आपको याद होगा उस टाइम पे ऐसे जो है तबलीगी जमात पे ਤਬਲੀਗੀ ਜਮਾਤ ਦੇਖੋ ਅੱਜ ਜਦੋਂ ਉਹ ਖਬਰਾਂ ਨੂੰ ਸੁਣਦੇ ਆ ਜਾਂ ਧਿਆਨ ਆਉਂਦਾ ਵੀ ਤਬਲੀਗੀ ਜਮਾਤ ਦੇ ਉੱਤੇ ਸਾਰਾ ਠੀਕਰਾ ਨਜ਼ਲਾ ਸਿੱਟਤਾ। हाँ ਤੇ बिल्कुल, ਅੱਜ ਜਦੋਂ ਤੁਸੀਂ ਯੂ ਲੁੱਕ ਇਨ ਦਾ ਹਾਈਂਡਸਾਈਟ ਕਿੰਨੇ ਬੇਵਕੂਫ ਜਾਂ ਕਿੰਨੇ ਫੁਲਿਸ਼ ਸਟੂਪਿਡ ਖਬਰਾਂ ਲੱਗਦੀਆਂ ਨੇ ਉਹ ਚੈਨਲਾਂ ਨੇ ਜਿਨ੍ਹਾਂ ਨੇ ਚਲਾਈਆਂ। और वही है, बहुत स्कॉलर्स ने ये भी कहा है कि भाई आगे जब इस वक्त का जो हिस्ट्री लिखा जाएगा तब ऐसे बहुत से लोग होंगे जो शायद कटघरे में खड़े हो जाएंगे जिन्होंने इस किस्म का जो है कवरेज दिया। लेकिन 2020 में उसी टाइम पे जब ये सब चीज़ें हो रही थी तो एक इंटरनेशनल एक ऑर्गेनाइज्ड एक मूवमेंट शुरू हुआ था, स्टॉप फंडिंग हेट करके। ट्विटर पे भी उन लोगों ने हैशटैग्स चलाए थे, जिस वजह से कि इंडिया के 2 कॉर्पोरेट्स बजाज ऑटो, पार्ले, इन दोनों ने कह दिया था कि भाई हम ऐसे चैनल्स में या ऐसे प्रोग्राम्स में हम जो है स्पॉन्सर नहीं करेंगे, जिस वजह से थोड़ी बहुत हरकत तो हुई थी, कुछ चैनल्स ने उसको ड्रॉप भी किया था। लेकिन बहरहाल जो हम देख पा रहे हैं, जिस किस्म के आप देखिए ये पिछले साल 2 साल के हेडलाइंस है जो हम पीछे लगाया हुआ है आपके पीछे, तो ये देख के लग नहीं रहा है कि ऐसा बहुत कुछ इम्पैक्ट हुआ है, क्योंकि अल्टीमेटली शायद एक चैनल्स का एक रेवेन्यू मॉडल अब बन चुका है कि भाई ऐसे अगर नफरती हेडलाइंस अगर आप देंगे तो लोग ज़्यादा जुड़ेंगे। और अल्टीमेटली जैसे आप कह रहे थे कि इन्फॉर्म करना होता है, मीडिया को एजुकेट करना होता है, वो शायद मीडिया ने अब खास करके टेलीविजन मीडिया ने शायद वो अबैंडन कर दिया है अभी। ਲੇਕਿਨ ਇੱਥੇ ਇੱਕ ਵੱਡਾ ਰੋਲ ਹੈ ਕਿ ਅਦਾਲਤਾਂ ਵੀ ਚੁੱਪ ਨੇ। हाँ ਦੇਖੋ ਅਦਾਲਤਾਂ ਬਹੁਤ ਸੇ ਅਜਿਹੇ ਜਿਹੜੇ ਤੁਸੀਂ ਚੈਨਲਾਂ ਦਾ ਜ਼ਿਕਰ ਕਰ ਰਹੇ ਹੋ ਉਹਨਾਂ ਚੋਂ ਕਈ ਚੈਨਲਾਂ ਤੋਂ ਤੇ ਬੈਨ ਵੀ ਲੱਗੇ ਨੇ। ਇਹਨਾਂ ਨੂੰ ਆਪਣੀ ਸਕਰੀਨਸ ਨੂੰ ਬਲੈਕ ਆਊਟ ਕਰਨ ਤੱਕ ਦੇ ਆਦੇਸ਼ ਵੀ ਬਥੇਰੇ ਚੈਨਲਾਂ ਨੂੰ ਦਿੱਤੇ ਗਏ ਨੇ, ਲੇਕਿਨ ਉਹ ਬੜੇ ਐਕਸੈਪਸ਼ਨਲ ਕੇਸਿਸ ਹੈਗੇ ਨੇ। ਲੇਕਿਨ ਮੈਨੂੰ ਲੱਗਦਾ ਵੀ ਜਿਸ ਤਰੀਕੇ ਦੀ ਕਵਰੇਜ ਇੰਡੀਅਨ ਮੀਡੀਆ ਦੇ ਵਿੱਚ ਹੋ ਰਹੀ ਹੈ, ਮੇਨ ਸਟ੍ਰੀਮ ਮੀਡੀਆ ਦੇ ਵਿੱਚ, ਉੱਥੇ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਚੈਨਲਾਂ ਦੇ ਉੱਤੇ ਬਲੈਕ ਸਕਰੀਨਸ ਲਗਾਤਾਰ ਚੱਲਦੀ ਰੱਖਣੀ ਚਾਹੀਦੀ ਹੈ ਅਦਾਲਤਾਂ ਨੂੰ, ਕਿਉਂਕਿ ਮੈਨੂੰ ਲੱਗਦਾ ਵੀ ਜਿਹੜੇ ਦੇਸ਼ ਦੇ ਲਾਅ ਇਨਫੋਰਸਮੈਂਟ ਏਜੰਸੀਜ਼ ਨੇ ਤਾਂ ਕੁਝ ਜ਼ਿਆਦਾ ਨਹੀਂ ਕਰਨਾ ਹੁੰਦਾ। ਹਾਲਾਂਕਿ ਕਰਨ ਨੂੰ ਤਾਂ ਥਾਣੇਦਾਰ ਹੀ ਸਭ ਕਰ ਸਕਦਾ ਹੈ, ਕੇਸ ਰਜਿਸਟਰ ਹੁੰਦੇ ਨੇ ਨਾ, ਫਿਰ ਇਹਨਾਂ ਜਿਹੜੇ ਐਂਕਰਸ ਦੇ ਖਿਲਾਫ ਜਦੋਂ ਭੜਕਾਊ ਇਸ ਤਰੀਕੇ ਦੀਆਂ ਗੱਲਾਂ ਕਰਦੇ ਨੇ ਤਾਂ ਪਰਚੇ ਰਜਿਸਟਰ ਹੋ ਜਾਂਦੇ ਨੇ। ਲੇਕਿਨ ਇੱਥੇ ਦੇਖਿਆ ਗਿਆ ਕਿ ਕੋਈ ਮਤਲਬ ਕਿਸੇ ਪੰਜਾਬ ਦੇ ਵਿੱਚ ਕੋਈ ਪਰਚਾ ਰਜਿਸਟਰ ਕਰਤਾ, ਕਿਸੇ ਨੇ ਰਾਜਸਥਾਨ 'ਚ ਪਰਚਾ ਰਜਿਸਟਰ ਕਰਤਾ, ਯਾਨੀ ਕਿ ਜਿੱਥੇ ਜਿਹੜੀ ਸਰਕਾਰ ਸੀ ਉਸ ਮੁਤਾਬਿਕ ਉਹਨਾਂ ਨੇ ਇਹ ਕਾਰਵਾਈਆਂ ਕੀਤੀਆਂ ਨੇ। ਲੇਕਿਨ ਮੈਨੂੰ ਲੱਗਦਾ ਕਿ ਅਦਾਲਤਾਂ ਦੀ ਬੜੀ ਵੱਡਾ ਰੋਲ ਹੈ। ਰੈਗੂਲੇਟਰੀ ਕੋਈ ਬੋਡੀ ਹੈ ਨਹੀਂ, ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟ ਉਹ ਆਪਣੇ ਰੋਲ ਨੂੰ ਅਦਾ ਨਹੀਂ ਕਰ ਰਹੀ ਜਿਵੇਂ ਕਿ ਉਹਨੂੰ ਕਰਨਾ ਚਾਹੀਦਾ ਹੈ। ਆਈਡਲੀ ਇਸ ਤਰੀਕੇ ਦਾ ਜਿਹੜਾ ਪ੍ਰੋਪੇਗੈਂਡਾ ਹੈ, ਇਸ ਤਰੀਕੇ ਦੀ ਹੇਟ, ਮੈਂ ਕਹਿੰਦਾ ਇਹਨੂੰ ਹੋਰ ਸਾਰੀਆਂ ਚੀਜ਼ਾਂ ਛੱਡ ਦਈਏ, ਤੁਸੀਂ ਆਪਣੇ ਰਾਜਸੀ ਮਕਸਦ ਦੇ ਕਾਰਨ ਜਾਂ ਤੁਸੀਂ ਆਪਣੇ ਪੋਲੀਟੀਕਲ ਟੂਲਸ ਦੇ ਵਜੋਂ ਵੀ ਤੁਸੀਂ ਵਰਤ ਲਓ, ਹਾਲਾਂਕਿ ਉਹ ਚੀਜ਼ ਗਲਤ ਹੈ, ਲੇਕਿਨ ਚਲੋ ਇੱਕ ਮਿੰਟ ਲਈ ਉਹਨੂੰ ਵੀ ਛੱਡਤਾ ਜਾਏ। ਲੇਕਿਨ ਜਿਹੜੀ ਚੀਜ਼ ਨਫ਼ਰਤ ਫੈਲਾਉਂਦੀ ਹੈ ਸਮਾਜ ਦੇ ਵਿੱਚ, ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਇਟ ਸ਼ੁੱਡ ਨਾਟ ਬੀ ਟੋਲਰੇਟਡ। ਸੋ ਉਹਦੇ ਲਈ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ, ਦੇਖੋ ਅਭਿਵਿਅਕਤੀ ਦੀ ਆਜ਼ਾਦੀ, ਫਰੀडम ਆਫ ਐਕਸਪ੍ਰੈਸ਼ਨ ਦਾ ਮਤਲਬ ਨਹੀਂ ਵੀ ਕੁਝ ਵੀ ਬੋਲੀ ਚਲੋ। हाँ बिल्कुल सही बात है। ਮੈਨੂੰ ਨਹੀਂ ਯਾਦ ਆਉਂਦਾ ਅੱਜ ਤੋਂ 15-20 ਸਾਲ ਪਹਿਲਾਂ ਤੋਂ ਉਸ ਤੋਂ ਪਹਿਲਾਂ ਇਸ ਤਰੀਕੇ ਦਾ ਜਿਹੜਾ ਡਿਵਾਈਸਿਵ ਕੰਟੈਂਟ ਹੈ, ਹੇਟਰੇਡ ਭਰਿਆ, ਨਫ਼ਰਤ ਭਰਿਆ ਜਿਹੜਾ ਨੈਰੇਟਿਵ ਹੈ, ਮੇਨ ਸਟ੍ਰੀਮ ਮੀਡੀਆ ਉਹਨਾਂ ਦੇ ਐਂਕਰਸ ਵੱਲੋਂ ਇਸ ਤਰੀਕੇ ਦੀਆਂ ਚਰਚਾਵਾਂ ਜੋ ਸਮਾਜ ਦੇ ਵਿੱਚ ਪਾੜ ਪਾਉਂਦੀਆਂ ਨੇ, ਉਹਨਾਂ ਨੂੰ ਕੰਡਕਟ ਵੀ ਨਹੀਂ ਕੀਤਾ ਜਾ ਸਕਦਾ ਸੀ। ਐਂਡ ਇੱਕ ਅਨਰਿਟਨ ਕੋਡ ਸੀ, ਲੇਕਿਨ ਇਟ ਵਾਸ ਡਿਊਲੀ ਓਬੇਡ। ਜਰਨਲਿਸਟ, ਮੀਡੀਆ ਦੇ ਅਦਾਰੇ, ਜਿਹੜੀ ਸੀਨੀਅਰ ਐਡੀਟੋਰੀਅਲ ਜਿਹੜੀ ਲੀਡਰਸ਼ਿਪ ਹੋਇਆ ਕਰਦੀ ਸੀ, ਹੁਣ ਤਾਂ ਮੈਨੂੰ ਲੱਗਦਾ ਇਹਨਾਂ ਦੇ ਐਡੀਟਰ ਹੀ ਬੜੇ ਹੇਠਲੇ ਗ੍ਰੇਡ ਦੇ ਨੇ। ਤੇ ਮੈਂ ਜਾਣਦਾ ਬਿਕੋਜ਼ ਆਈ ਵਰਕ ਵਿਦ ਮੈਨੀ ਆਫ ਥੀਜ਼ ਸੈਟੇਲਾਈਟ ਚੈਨਲਸ, ਸਾਨੂੰ ਪਤਾ ਵੀ ਕਿਸ ਕੈਲੀਬਰ ਦੇ ਲੋਕ ਹੈਗੇ ਨੇ। ਤੇ ਚਲੋ ਕੈਲੀਬਰ ਉਹਨਾਂ ਦਾ ਕੁਝ ਵੀ ਹੋਵੇ, ਚੰਗੇ ਜਿਹੜੇ ਬਹੁਤ ਬ੍ਰਾਈਟ ਕੈਲੀਬਰ ਦੇ ਲੋਕ ਨੇ, ਉਹ ਵੀ ਅੱਜ ਇਸ ਤਰੀਕੇ ਦੀ ਪੱਤਰਕਾਰਿਤਾ ਕਰਦੇ ਪਏ ਨੇ। ਆਈ ਡੋਂਟ ਨੋ ਵਾਟ ਇਜ਼ ਦਾ ਮੋਟਿਵ। ਉਹਨਾਂ ਦੀ ਮਜਬੂਰੀਆਂ ਨੇ, ਉਹਨਾਂ ਨੂੰ ਚੱਲਣਾ ਪੈਂਦਾ, ਲੇਕਿਨ ਉਹ ਜਿੰਨਾ ਕੁ ਉਹਨਾਂ ਨੂੰ ਮਿਲਣਾ ਤਾਂ ਉਹਨਾਂ ਦੇ ਮਾਲਕ ਕਹਿੰਦੇ ਨੇ, ਉਹਨਾਂ ਦੇ ਜਿਹੜੇ ਪੋਲੀਟੀਕਲ ਆਕਾ ਜਿਹੜੇ ਸਿਰ ਦੇ ਪਿੱਛੇ ਬੈਕ ਤੇ ਉਹਨੂੰ ਥਾਪੜਾ ਦਿੰਦੇ ਨੇ, ਉਸ ਤੋਂ ਜ਼ਿਆਦਾ ਉਬਾਲ ਉਹਨਾਂ ਦੇ ਵਿੱਚ ਆਪਣੇ 'ਚ ਹੈ। ਸੋ ਅੱਜ ਤੁਹਾਡਾ ਐਡਰੇਨਲਿਨ ਕਿੰਨਾ ਕੁ ਰਸ਼ ਕਰ ਸਕਦਾ ਹੈ, ਤੁਸੀਂ ਕਿੰਨਾ ਕੁ ਚਿੱਲਾ ਸਕਦੇ ਹੋ, ਜਿੰਨਾ ਕੁ ਤੁਹਾਡੇ ਫੇਫੜਿਆਂ ਦੇ ਵਿੱਚ ਹਵਾ ਹੈ ਤੇ ਤੁਸੀਂ ਉਸ ਨੂੰ ਸਕਰੀਨ ਦੇ ਉੱਤੇ ਕਰ ਸਕਦੇ ਹੋ। ਦੈਟ ਇਜ਼ ਵਾਟ ਯੂਰ USP ਐਜ਼ ਅ ਨਿਊਜ਼ ਐਂਕਰ ਔਰ ਐਜ਼ ਅ ਤੇ ਲੋਕ ਸੀਨੀਅਰ ਐਡੀਟੋਰੀਅਲ ਪੋਜੀਸ਼ਨ ਤੇ ਗ੍ਰੇਡ ਕਰਤੇ ਜਾਂਦੇ ਨੇ। ਆਈ ਨੋ ਸਮ ਆਫ ਦੈਮ ਪਰਸਨਲੀ, ਬ੍ਰਾਈਟ ਬੰਦੇ ਨੇ, ਟੈਲੈਂਟ ਤਾਂ ਹੈ ਹੀ ਹੈ ਨਾ, ਆਫਟਰ ਆਲ ਟੈਲੈਂਟਡ ਹੋਏਗਾ ਤਾਂ ਹੀ ਉਸ ਨੂੰ ਉੱਥੇ ਕੋਈ ਖੜਾ ਹੁੰਦੇਗਾ, ਨਹੀਂ ਤਾਂ ਉੱਥੇ ਵੀ ਮੁਕਾਬਲੇਬਾਜ਼ੀ ਚੱਲਦੀ ਹੈ। ਬਟ ਕਿੰਨੇ ਗਲਤ ਪਾਸੇ ਇਹ ਲੋਕ ਆਪਣਾ ਟੈਲੈਂਟ ਯੂਜ਼ ਕਰ ਰਹੇ ਨੇ। ਦੈਟ ਇਜ਼ ਮੋਸਟ ਅਨਫੋਰਚੂਨੇਟ। ਜਿੱਥੇ ਸਰਕਾਰਾਂ ਦੀਆਂ ਅਦਾਲਤਾਂ ਦੀ ਜ਼ਿੰਮੇਵਾਰੀ ਹੈ, ਉੱਥੇ ਇਹਨਾਂ ਪਰਸਨਲ ਲੋਕਾਂ ਤੋਂ ਵੀ ਪੁੱਛਣਾ ਚਾਹੀਦਾ ਕਿ ਤੁਹਾਡੇ ਜ਼ਮੀਰ ਜਾਂ ਤੁਹਾਡੀ ਜਿਹੜੀ ਐਜੂਕੇਸ਼ਨ ਹੈ, ਜਰਨਲਿਜ਼ਮ ਦੀ ਜਿਹੜੀ ਟ੍ਰੇਨਿੰਗ ਹੈ, ਉਹਦੇ ਵਿੱਚ ਕੀ ਇਹ ਦੱਸਿਆ ਜਾਂਦਾ ਹੈ। ਤੁਸੀਂ ਚੀਜ਼ਾਂ ਨੂੰ ਸਬਡਿਊ ਵੀ ਕਰ ਸਕਦੇ ਹੋ, ਤੁਸੀਂ ਚੀਜ਼ਾਂ ਨੂੰ ਮੋਡਰੇਟ ਬੈਟਰ ਤਰੀਕੇ ਨਾਲ ਕਰ ਸਕਦੇ ਹੋ। ਜੇ ਤੁਹਾਨੂੰ ਉੱਤੇ ਕੋਈ ਏਜੰਡਾ ਦਿੱਤਾ ਜਾਂਦਾ ਹੈ, ਤੁਸੀਂ ਯੂ ਕੈਨ ਸਟਿਲ ਬੀ ਗੁੱਡ। ਬਟ ਮੈਨੂੰ ਲੱਗਦਾ ਇੱਕ ਓਵਰਆਲ ਇੱਕ ਸੈਟਅਪ ਅਜਿਹਾ ਹੈ ਜਿੱਥੇ ਕਿ
ਇਹਨਾਂ ਦੀ ਇੰਡੀਵਿਜੂਅਲ ਵਿਅਕਤੀਗਤ ਰਿਸਪੌਂਸਿਬਿਲਿਟੀ ਉਹ ਪਿੱਛੇ ਰਹਿ ਜਾਂਦੀ ਹੈ। ਇੱਕ ਓਵਰਆਲ ਸਕੀਮ ਹੈ, ਇੱਕ ਡਿਜ਼ਾਈਨ ਬਣਿਆ ਹੋਇਆ ਹੈ ਜਿਹਦੇ ਵਿੱਚ ਹਰ ਇੱਕ ਜਿਹੜਾ ਅਜਿਹਾ ਮੈਨੂੰ ਕਹਿੰਦਾ ਵਿਟਰੀਓਲਿਕ ਜਿਹੜੀ ਟਾਇਰਡ ਬੋਲਣ ਵਾਲੇ ਐਂਕਰ ਨੇ ਉਹ ਹੋੜ 'ਚ ਲੱਗੇ ਨੇ ਕਿ ਮੈਂ ਜ਼ਿਆਦਾ ਚਿੱਲਾ ਕੇ ਦਿਖਾਣਾ ਹੈ, ਮੈਂ ਜ਼ਿਆਦਾ ਨਫ਼ਰਤ ਫੈਲਾਣੀ ਹੈ, ਮੈਂ ਜ਼ਿਆਦਾ ਮਤਲਬ ਕਹਿੰਦਾ ਵੀ ਅੱਗ ਜਿਹੜੀ ਹੈ ਮੇਰੇ ਸ਼ੋਅ ਦੇ ਵਿੱਚ। ਹੁਣ ਤੁਸੀਂ ਦੇਖੋ ਇਮੈਜਿਨ ਸ਼ੋਅ ਦੇ ਥੱਲੇ ਨਾ ਪੂਰੀ ਦੀ ਪੂਰੀ ਲੜੀ ਉਹਨਾਂ ਨੇ ਅੱਗ ਦੀ ਜਲਾਈ ਹੁੰਦੀ ਹੈ। ਮਤਲਬ ਉਹਨਾਂ ਦੇ ਜਿਹੜੇ ਪ੍ਰੋਮੋਸ਼ਨਸ ਹੈ ਉਹਦੇ 'ਚ ਅੱਗ ਜਲ ਰਹੀ ਹੈ, ਧਮਾਕੇ ਹੋ ਰਹੇ ਨੇ। ਮਤਲਬ ਉਹ ਤਾਂ ਕਹਿ ਰਹੇ ਨੇ ਕਿ ਅਸੀਂ ਅੱਗ ਜਲਾ ਰਹੇ ਹਾਂ, ਉਹ ਅੱਗ ਜਲਦੀ ਪਈ ਹੈ। बेसिकली लिटरली उन्होंने आग जलाई हुई है। मैं देख रहा था कल एक शायद टाइम्स नवभारत चैनल में वो अभी सीमा हैदर पे कोई प्रोग्राम कर रहे थे जिसमें बहुत ही ऑब्जेक्शनेबल उन लोगों ने टून्स बनाया, जिसमें जो सचिन है उसका चेहरा जो है एक जो है, क्योंकि उसने एक लफ्ज़ का इस्तेमाल किया था झिंगुर सा सचिन, तो एक कॉकरोच के बॉडी में जाके लगा दिया है। तो ये बड़ा ऑब्जेक्शनेबल है, मतलब उसी हिसाब से आपने ग्राफिक्स बनाए हैं। तो इसी में मुझे लग रहा है कि इस पे ये सवाल भी हमें पूछना चाहिए कि जैसे आप बड़े मतलब सॉरी टू यूज दिस वर्ड टूल किट बन गई है ਨੈਸ਼ਨਲ ਚੈਨਲ ਦੀ ਇੱਕ ਟੂਲ ਕਿਟ ਹੈ ਵੀ ਇਸ ਤਰੀਕੇ ਦੇ ਐਕਸਪ੍ਰੈਸ਼ਨ, ਇਸ ਤਰੀਕੇ ਦੇ ਰੰਗ, ਇਸ ਤਰੀਕੇ ਦੇ ਸਾਰਾ ਦਾ ਸਾਰਾ डिज़ाइन, सो एवरीथिंग इज डिज़ाइंड हियर। हाँ, जैसे बड़े एंकर्स का आपने जिक्र किया, कोई भगवा धोती पहन के गंगा स्नान कर रहा है और उसी दौरान किसी मिनिस्टर का इंटरव्यू कर रहा है, दूसरा कोई जाके सर पे जो है वो चंदन का लेप लगा करके इंटरव्यू कर रहा है। तो क्या एक न्यूज़ का जो कॉमन अंडरस्टैंडिंग है, पहले हमारे टाइम पे अलग हुआ करता था, अब शायद थिएटर के ज़रिए ही न्यूज़ परोसा जाएगा? क्या आपको लग रहा है कि एक ऐसा एक फ़िलॉसफी आ गया है? मतलब एक सवाल तो बनता है कि क्या सिक्कों का वज़न और ज़मीर का वज़न में दोनों में सिक्के का ज़्यादा भारी हो जाता है, एक तो ये है, लेकिन साथ ही साथ क्या न्यूज़ का अंडरस्टैंडिंग एक थिएटर और ड्रामा के ज़रिए हो रहा है अब आजकल? ऐसा एक बन गया है फलसफा पूरा? वो तो है ही है जी, लेकिन मैंने लगता है उस तो अगे चली जाती है गलबात। थिएटरिक होना या थिएट्रिकल होना पर से मैं उसਨੂੰ गलत नहीं मानता। जे तुसी न्यूज़ ਨੂੰ ਆਕਰਸ਼ਕ ਅੰਦਾਜ਼ ਦੇ ਵਿੱਚ ਦੇਣਾ ਚਾਹ ਰਹੇ ਹੋ, there is nothing wrong with being theatrical, ਲੇਕਿਨ ਉਹ ਥੀਏਟਰਿਕਸ ਦੇ ਅੱਗੇ ਤੇ ਪਿੱਛੇ ਦਾ ਉਹਦਾ ਕੰਟੈਂਟ ਕੀ ਹੈ, ਉਹਦੇ ਪਿੱਛੇ ਜੇ ਜ਼ਹਿਰ ਭਰਿਆ ਹੋਇਆ ਹੈ, ਜੇ ਨਫ਼ਰਤ ਹੈ ਜਾਂ ਸ਼ਰਾਰਤ ਹੈ, ਨਫ਼ਰਤ ਤੇ ਸ਼ਰਾਰਤ, ਇਹ ਸ਼ਰਾਰਤ ਵੀ ਹੈ ਤੇ ਨਫ਼ਰਤ ਵੀ ਹੈ, ਦੋਵੇਂ ਚੀਜ਼ਾਂ ਨੇ। ਉਹ ਲੋਡਡ ਹੈ। ਸੋ ਥੀਏਟਰਿਕਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਤੁਸੀਂ ਪੁੱਠੇ ਹੋ ਜਾਓ, ਸਟੂਡੀਓ 'ਚ ਲਟਕ ਵੀ ਸਕਦੇ, ਉਲਟੇ ਹੋ ਕੇ ਵੀ ਖਬਰ ਪੜ੍ਹ ਲਓ, ਲੋਕ ਦੇਖਣਗੇ ਤੁਹਾਨੂੰ ਵੀ। ਦੇਖੋ ਕਿੰਨਾ ਨਵਾਂ ਚੈਨਲ ਆਇਆ ਜਿਸ ਐਂਕਰ ਪੁੱਠੇ ਲਟਕ ਕੇ ਖਬਰ ਪੜ੍ਹ ਰਹੇ ਨੇ। ਆਈ ਥਿੰਕ ਦੋਸ ਥੀਏਟਰਿਕਸ ਆਰ ਸਟਿਲ ਓਕੇ, ਮੈਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਬਟ ਇਹ ਤਾਂ ਨਫ਼ਰਤ ਹੈ, ਇਹਦੇ ਵਿੱਚ ਤਾਂ ਤੁਸੀਂ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਜ਼ਹਿਰ ਘੋਲ ਰਹੇ ਹੋ। ਆ ਜਿਹੜੀ RPF ਦੇ ਜਵਾਨ ਨੇ ਗੋਲੀ ਮਾਰੀ ਜਿਹੜੀ ਟ੍ਰੇਨ ਦੇ ਵਿੱਚ ਜੋ ਘਟਨਾ ਹੁੰਦੀ ਹੈ, ਹੁਣ ਉਹ ਲੋਕ ਕੌਣ ਲੋਕ ਹੈਗੇ ਨੇ ਜਿਨ੍ਹਾਂ ਦਾ ਸਵੇਰ ਸ਼ਾਮ ਇਸ ਤਰੀਕੇ ਦੀ ਫੀਡਿੰਗ ਜਿਨ੍ਹਾਂ ਨੂੰ ਕੀਤੀ ਜਾ ਰਹੀ ਹੈ। ਬਿਲਕੁਲ ਆਪਾਂ ਆਪਣੇ ਭਾਈਚਾਰੇ ਦੇ ਵਿੱਚ, ਲੋਕਾਂ ਦੇ ਵਿੱਚ, ਯਾਰ ਦੋਸਤਾਂ ਦੇ ਵਿੱਚ ਮੈਂ ਐਸੇ ਲੋਕ ਦੇਖਦਾ ਕਦੇ ਬਹਿਸਨੇ ਸ਼ੁਰੂ ਕਰ ਦੇਣਗੇ ਗਰੁੱਪਸ ਦੇ ਵਿੱਚ, ਤੇ ਉਹ ਇੰਨੇ ਇੱਕ ਐਗਰੈਸਿਵ ਹੋ ਜਾਂਦੇ ਨੇ, ਉਹ ਆਪਣੇ ਰਿਸ਼ਤੇ ਦੀ ਮਰਿਆਦਾ ਵੀ ਭੁੱਲ ਜਾਂਦੇ ਨੇ ਵੀ ਮੈਂ ਕਿਹਦੇ ਨਾਲ ਗੱਲ ਕਰ ਰਿਹਾ। ਆਪਸ ਦੇ ਲੋਕਾਂ ਦੇ ਡਰਾਇੰਗ ਰੂਮਸ ਦੇ ਵਿੱਚ ਝਗੜੇ ਹੋ ਜਾਂਦੇ ਨੇ ਬਿਕੋਜ਼ ਤੁਸੀਂ ਇੰਨੇ ਓਪੀਨੀਅਨੇਟਡ ਹੋ ਚੁੱਕੇ ਹੋ। ਐਂਡ ਠੀਕ ਹੈ, ਮੀਡੀਆ ਦਾ ਪਰਪਸ ਹੈ ਤੁਹਾਨੂੰ ਓਪੀਨੀਏਟ ਕਰਨਾ, ਲੇਕਿਨ ਇਹ ਇੰਨੀ ਬੁਰੀ ਤਰ੍ਹਾਂ ਤੁਹਾਡੇ ਵਿੱਚ ਇੱਕ ਇਨਡੋਕਟ੍ਰੀਨੇਸ਼ਨ, ਜਿਹਨੂੰ ਕਹਿੰਦਾ ਵੀ ਟੀਕੇ ਭਰ ਕੇ ਉਸ ਕੂੜ ਪ੍ਰਚਾਰ ਦੇ ਲਾਰੇ ਹੈਗੇ ਨੇ, ਜੋ ਕਿ ਤੁਹਾਡੇ ਮਾਈਂਡ ਨੂੰ ਉਹਦਾ ਜਿਹੜਾ ਇੱਕ ਉਹਦੀ ਕੈਮਿਸਟਰੀ ਚੇਂਜ ਕਰ ਦਿੰਦਾ ਹੈ। ਐਂਡ ਇੰਪ੍ਰੈਸ਼ਨੇਬਲ ਮਾਈਂਡਸ ਦੇ ਉੱਤੇ ਚੀਜ਼ਾਂ ਅਸਰ ਕਰਦੀਆਂ ਨੇ। ਬਿਲਕੁਲ ਕਰਦੀਆਂ। ਤੁਸੀਂ ਸਵੇਰ ਸ਼ਾਮ ਦਿਨ ਰਾਤ ਇਹੀ ਕੁਝ ਦੇਖੀ ਜਾ ਰਹੇ ਹੋ। ਇੱਕ ਪੜ੍ਹਿਆ ਲਿਖਿਆ ਚੰਗਾ ਦਿਸਣ ਵਾਲਾ ਇੰਟੈਲੈਕਚੁਅਲ ਐਂਕਰ, ਨਿਊਜ਼ ਐਂਕਰ, ਜਦੋਂ ਉਹ ਇਸ ਤਰੀਕੇ ਦੇ ਨੈਰੇਟਿਵ ਨੂੰ ਪੈਡਲ ਕਰਦਾ ਹੈ, then impressionable minds get an idea ਕਿ ਸ਼ਾਇਦ ਇਹੀ ਰਿਐਲਿਟੀ ਹੈ। but this is way far from reality। ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਾਂਗਾ, ਜਿਸ ਕਿ ਸਮਾਲ ਐਗਜ਼ਾਮਪਲ ਆ। ਪਿਛਲੇ 2 ਦਿਨ ਪਹਿਲਾਂ ਮੈਂ ਆਪਾਂ ਇਸ 'ਤੇ ਲੱਗ ਚਰਚਾ ਵੀ ਕਰ ਸਕਦੇ ਸੀ। ਇੱਕ ਕਿਦੋਂ ਖਬਰ ਆਈ ਕਿ ਜੀ ਜਿਹੜੇ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਜਿਹੜੇ ਸ਼ੂਟਰ ਸੀਗੇ, ਉਹ ਅਯੋਧਿਆ ਜਾ ਕੇ ਰਹੇ ਸੀ। ਅੱਛਾ, ਜਾਂ ਅਯੋਧਿਆ ਉਹਨਾਂ ਨੇ ਠਹਿਰ ਕੱਟੀ ਵਾਈਲ ਦੇ ਵਰ ਐਬਸਕੌਂਡਿੰਗ, ਜਾਂ ਜਦੋਂ, ਲੇਕਿਨ ਉਹ ਜਿਹੜੀ ਘਟਨਾ ਸੀ ਉਹ ਤਕਰੀਬਨ 1 ਸਾਲ ਪਹਿਲਾਂ ਸਿੱਧੂ ਮੂਸੇਵਾਲਾ ਤੋਂ ਕੁਝ ਮਹੀਨੇ, 8, 9, 7, 10 ਮਹੀਨੇ ਜਾਂ ਸਾਲ ਪਹਿਲਾਂ ਦੀ ਹੋਏਗੀ। ਲੇਕਿਨ ਹੁਣ ਉਹ ਜਿਹੜਾ ਅਯੋਧਿਆ ਐਂਗਲ ਸੀ ਉਹ ਆ ਗਿਆ, ਹੁਣ ਉਹਨੂੰ ਪਿਕ ਕਰ ਲਿਆ ਗਿਆ ਇੰਡੀਅਨ ਮੀਡੀਆ ਵੱਲੋਂ। ਮੇਨ ਸਟ੍ਰੀਮ ਮੀਡੀਆ ਦੇ ਵਿੱਚ ਖਬਰ ਚੱਲ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਸ਼ੂਟਰਸ ਦੀ ਟ੍ਰੇਨਿੰਗ ਹੋਈ ਅਯੋਧਿਆ ਦੇ ਵਿੱਚ। ਹੁਣ ਇਸ ਚੀਜ਼ ਨੂੰ ਅਸੀਂ ਫੈਕਟ ਚੈੱਕ ਕੀਤਾ ਪੁਲਿਸ ਦੇ ਨਾਲ, ਇਹ ਜਾਣਕਾਰੀ ਹਾਸਲ ਕੀਤੀ ਹੈ ਹੋਇਆ ਕੀ ਐਕਚੁਅਲੀ, ਕਿ ਉਹ ਅਯੋਧਿਆ ਦੇ ਵਿੱਚ ਫੈਕਟ ਹੋਈ ਸੀ। ਸੋ ਉਹ ਕੋਈ ਅਜਿਹੀ ਟ੍ਰੇਨਿੰਗ ਨਹੀਂ ਹੋਈ ਉੱਥੇ, ਹਥਿਆਰਾਂ ਦੀ ਕੋਈ ਟ੍ਰੇਨਿੰਗ, ਕੋਈ ਪਲੈਨਿੰਗ। ਲੇਕਿਨ ਸਾਡਾ ਨੈਸ਼ਨਲ ਮੀਡੀਆ ਹੁਣ ਉਹਨੂੰ ਅਯੋਧਿਆ ਦੇ ਵਿੱਚ ਇੱਕ ਕੈਚੀ ਵਰਡ ਨਜ਼ਰ ਆਇਆ ਤੇ ਉਹਨਾਂ ਨੇ ਬਿਨਾਂ ਸੋਚੇ ਸਮਝੇ ਗੱਲ ਨੂੰ ਚਲਾਉਣਾ ਸ਼ੁਰੂ ਕਰਤਾ। ਹੁਣ ਇੱਥੇ ਮੈਨੂੰ ਲੱਗਦਾ ਕਿ ਹੋ ਸਕਦਾ ਇਹਦੇ ਪਿੱਛੇ ਕੋਈ ਏਜੰਡਾ ਹੋਵੇ, ਜਾਂ ਸਿਰਫ ਇਹ ਵੀ ਹੋ ਸਕਦਾ ਵੀ ਕਿਉਂਕਿ ਅਯੋਧਿਆ ਦੇ ਨਾਲ ਇੱਕ ਧਾਰਮਿਕ ਪੂਰੀ ਦੀ ਪੂਰੀ ਕਨੋਟੇਸ਼ਨ ਜੁੜੀ ਹੋਈ ਹੈ,
ਸੋ ਇਸ ਕੇਸ ਦੇ ਵਿੱਚ ਦਿਸ ਹੋਲ ਨਿਊਜ਼ ਇਜ਼ ਆਲ ਓਵਰ ਦਾ ਕੰਟਰੀ। ਤੋ ਹੁਣ ਇੱਕ ਤੋਂ ਬਾਅਦ ਇੱਕ ਦੇਖ ਕੇ ਫਿਰ ਉਹ ਸਪਾਇਰਲ, ਇੱਕ ਜਿਹੜਾ ਨਾ ਡੋਮੀਨੋਜ਼ ਇਫੈਕਟ, ਇੱਕ ਪੱਤੇ ਦੀ ਤਰ੍ਹਾਂ ਤਰ ਸਾਰੇ ਸ਼ੁਰੂ ਹੋ ਗਏ। ਸੋ ਹੁਣ ਉਹ ਹੋ ਗਿਆ। ਵੈਨ ਵੀ ਸਪੋਕ ਟੂ ਦ ਪੁਲਿਸ ਆਫੀਸ਼ੀਅਲਸ, ਉਹ ਕਹਿੰਦੇ ਕਿ ਇਹ ਨੌਨਸੈਂਸ ਹੈ। ਅਯੋਧਿਆ ਕਿਤੇ ਕੋਈ ਟ੍ਰੇਨਿੰਗ ਨਹੀਂ ਹੋਈ। ਇੱਕ ਕ੍ਰਿਮੀਨਲ ਗਏ ਉੱਥੇ, ਕੁਝ ਤਸਵੀਰਾਂ ਆ ਗਈਆਂ, ਤਸਵੀਰਾਂ ਕਿਸੇ ਜਰਨਲਿਸਟ ਦੇ ਹੱਥ ਲੱਗ ਗਈਆਂ। ਉਹ ਆਲਰੇਡੀ ਘਟਨਾ ਹੋ ਚੁੱਕੀ ਸੀ। NIA ਨੇ ਉਹਦਾ ਖੁਲਾਸਾ ਕਰ ਚੁੱਕਾ ਸੀ। BJP ਦਾ ਇੱਕ ਭਈਏ ਲੈਵਲ ਦਾ ਇੱਕ ਪੋਲੀਟੀਸ਼ੀਅਨ ਜੋ ਕਿ ਬਾਹੂਬਲੀ ਸੀ ਉਸ ਲੋਕਲ ਏਰੀਆ ਦਾ, ਜਿਹੜਾ ਉਹਦਾ ਨਾਂ ਸੀ ਵਿਕਾਸ ਸਿੰਘ। ਸੋ ਵਿਕਾਸ ਸਿੰਘ ਨੂੰ ਫੜ ਲਿਆ ਗਿਆ NIA ਵੱਲੋਂ ਜੂਨ ਦੇ ਮਹੀਨੇ ਦੇ ਵਿੱਚ। ਉਹ ਤੋਂ ਖੁਲਾਸੇ ਹੋਏ ਤੇ ਪਤਾ ਲੱਗਾ ਕਿ ਜਿਹੜੇ ਸ਼ੂਟਰ ਸੀ ਕਿਸੇ ਟਾਈਮ ਉਹਦੇ ਕੋਲ ਰਹੇ। ਇਹ ਨਹੀਂ ਬਲਕਿ ਹੋਰ ਡੈਡਲੀ ਜਿਹੜੇ ਹੋਰ ਕੁਝ ਸ਼ੂਟਰ ਸੀ ਲਾਰੈਂਸ ਬਿਸ਼ਨੋਈ ਦੇ, ਉਹਨਾਂ ਨੇ ਉਹਦੇ ਕੋਲ ਪਨਾਹ ਲਈ ਸੀ, ਜੋ ਕਈ ਸਾਲ ਪਹਿਲਾਂ ਦੀ ਗੱਲ ਹੈ। ਸੋ ਇਹ ਲੋਕ ਵੀ ਉਸ ਦੌਰਾਨ ਉਹਦੇ ਨਾਲ ਗਏ ਤੇ ਉਹ ਜਦੋਂ ਘੁੰਮਦਾ ਫਿਰ ਰਿਹਾ ਆਪਣੇ ਚੋਣ ਪ੍ਰਚਾਰ ਦੇ ਵਿੱਚ, ਇਹ ਲੋਕ ਮੂੰਹ ਤੇ ਉਹ ਬੰਨ੍ਹ ਕੇ ਆਪਣੇ ਮਾਸਕ ਵਗੈਰਾ, ਕੋਵਿਡ ਦੇ ਟਾਈਮ ਦਾ ਸਮਾਂ ਹੋਏਗਾ, ਇਹ ਲੋਕ ਸਪੌਟ ਹੋਏ, ਤਸਵੀਰਾਂ ਆਈਆਂ, ਇਹ ਸਾਰੇ ਖੁਲਾਸੇ ਹੋ ਗਏ। ਲੇਕਿਨ ਉਸ ਨੂੰ ਸਿੱਧੂ ਮੂਸੇਵਾਲਾ ਦੇ ਨਾਲ ਜੋੜਤਾ ਗਿਆ। ਕਿ ਉਹਦੇ ਸ਼ੂਟਰਸ ਦੀ ਜਿਹੜੀ ਟ੍ਰੇਨਿੰਗ ਉੱਥੇ ਹੋਈ। ਸੋ ਉਹਦੇ ਨਾਲ ਪੂਰੀ ਦੀ ਪੂਰੀ ਕਹਾਣੀ ਚੇਂਜ ਹੋ ਜਾਂਦੀ ਹੈ। ਠੀਕ ਹੈ ਨਾ, ਉਹ ਪੂਰੇ ਨੈਰੇਟਿਵ ਸੈਟ ਹੋ। ਸੋ ਕਈ ਜਗ੍ਹਾ ਗੈਰ ਜ਼ਿੰਮੇਦਾਰਾਨਾ, ਅਨਸਬਸਟੈਂਸ਼ੀਏਟਡ, ਜਾਂ ਕਹਿ ਲਓ ਕਿ ਕੈਚੀ ਤੁਹਾਨੂੰ ਵੱਡੇ ਸ਼ਹਿਰਾਂ ਦੇ ਨਾਲ ਜੁੜੀ ਹੋਈ ਕੋਈ ਵੀ ਚੀਜ਼ ਹੋਵੇ ਜੀ ਉਹ ਵਿਕੇਗੀ। ਇੱਕ ਜਿਹੜੀ ਵੇਚਣ ਦੀ ਉਹ ਵੀ ਹੈ ਨਾ, TRP ਦੀ ਵੀ ਤਾਂ ਖੇਡ ਹੈ ਨਾ। ਏਜੰਡੇ ਇਕੱਲੇ ਡਰਾਈਵ ਨਹੀਂ ਕਰਦੇ, ਲੇਕਿਨ ਇੱਕ ਵੱਡਾ ਏਜੰਡਾ ਹੈ ਕਿ TRP ਦੀ ਖੇਡ ਹੈ। ਸੋ ਉਹ ਸਾਰੇ ਦੇ ਸਾਰੇ ਭੇਡ ਚਾਲ, ਇਟਸ ਅ ਮੈਡ ਹਾਊਸ ਵਿਚ द इंडियन मीडिया हैज़ बिकम, न्यूज़ मीडिया। पहले भी लॉरेंस बिश्नोई को एक कोशिश हुई थी कि थोड़ा देशभक्त टाइप का दिखाने की, खालिस्तानियों के खिलाफ लड़ना है, इस टाइप का एक इमेज देने की कोशिश हुई। हमने इस बारे में पहले भी बात की थी। तो एक मैसेजिंग है शायद, जो भी ऐसे गैंगस्टर्स हैं। इसी पे मेरा एक सेकंड पॉइंट भी था कि जैसे आपने भी गोल्डी बरार का इंटरव्यू किया था, और किसी भी जर्नलिस्ट को करना चाहिए, अगर आपको कोई स्टोरी मिल रहा है तो बिल्कुल करना चाहिए। लेकिन जो मोनू मानेसर जैसे गैंगस्टर ही कहूँगा उनको, कि वैसे गैंगस्टर्स को आप प्लेटफॉर्म दे रहे हैं, और जब ये नू का वायलेंस हुआ उसके बिल्कुल बाद ही कि वो थ्रेटन करके फेसबुक पे लाइव वीडियो किया था कि भैया हम आएंगे, उसके बाद जो है चैनल्स ने उसको प्लेटफॉर्म किया। इससे एक, क्योंकि ये हमें आइसोलेशन में नहीं देखना होगा, हम पूरे टोटल जो एनवायरनमेंट पे हम देखेंगे, तो एक तरह से आप कह सकते हैं कि एक ज़मीन सींची जा रही है कि आपके घरों में बच्चों की जगह दंगई आप पैदा कर रहे हैं। कि आपके आइकॉन्स अब बिट्टू बजरंगी, मोनू मानेसर टाइप के लोग होंगे जो दबंगई कर रहे हैं और जाके मुसलमानों के ख़िलाफ़ जो है गलत बयानी कर रहे हैं। इसकी जिम्मेदारी फिर किस पर पड़ती है? ये क्या मीडिया अलोन रिस्पॉन्सिबल है? क्या सोसाइटी भी रिस्पॉन्सिबल है? इसका क्या जवाब हो सकता है? नहीं, बिल्कुल मीडिया की जिम्मेवारी है, क्योंकि माध्यम है, वी आर द प्लेटफॉर्म। लोगों तक मीडिया इज़ द मीडिया और द मीडियम। सो मीडियम ਅਸੀਂ ਹਾਂ, ਅਸੀਂ ਇੱਕ ਪਲੇਟਫਾਰਮ ਹੈ ਜਿਹਦੇ ਜ਼ਰੀਏ ਲੋਕਾਂ ਤੱਕ ਗੱਲ ਪਹੁੰਚਦੀ ਹੈ। ਹੁਣ ਜੋ ਮੀਡੀਅਮ ਦੇ ਲੈਵਲ ਦੇ ਉੱਤੇ ਐਡੀਟਰਸ ਕਿਸ ਲਈ ਅਪਾਇੰਟ ਕੀਤੇ ਜਾਂਦੇ ਨੇ, ਹੁਣ ਇੱਥੇ ਬੜੀ ਵੱਡੀ ਭੂਮਿਕਾ ਸਾਡੇ ਐਡੀਟਰ ਦੀ। ਇੱਕ ਸ਼ਬਦ ਹੈ ਸੰਪਾਦਕ। ਉਹ ਸੰਪਾਦਕ ਦਾ ਕੀ ਰੋਲ ਹੈ? ਉੱਥੇ ਤਨਖਾਹ ਲੈਣ ਲਈ, ਕੁਰਸੀ ਤੇ ਚੌਧਰ ਮਾਰਨ ਲਈ, ਆਪਣੀ ਹਵਾਬਾਜ਼ੀ ਕਰਨ ਲਈ ਨਹੀਂ ਨਾ ਬੈਠਦਾ। ਉਹਦਾ ਕੰਮ ਹੈ, ਉਹਦੀ ਕੋਈ ਭੂਮਿਕਾ ਹੈ ਕਿ ਆਪਣੇ ਅਦਾਰੇ ਨੂੰ, ਆਪਣੇ ਨਿਊਜ਼ ਚੈਨਲ ਹੋਵੇ ਚਾਹੇ ਅਖਬਾਰ ਹੋਵੇ, ਉਹਦੇ ਵਿੱਚ ਇਹ ਚੀਜ਼ ਨੂੰ ਦੇਖਣਾ ਕਿ ਫਾਈਨਲੀ ਜਿਹੜਾ ਐਂਡ ਪ੍ਰੋਡਕਟ ਲੋਕਾਂ ਤੱਕ ਪਹੁੰਚਣਾ ਹੈ, ਉਸ ਪ੍ਰੋਡਕਟ ਦੇ ਵਿੱਚ ਕੋਈ ਗਲਤੀ ਤਾਂ ਨਹੀਂ ਹੈ। ਤੇ ਗਲਤੀ ਹਰ ਨਜ਼ਰੀਏ ਦੀ ਗਲਤੀ ਹੈ, ਉਹਦੇ ਵਿੱਚ ਪਰਸਪੈਕਟਿਵ ਦੀ ਵਿੱਚ ਗਲਤੀ ਨਹੀਂ ਹੈ, ਉਹਦੇ ਵਿੱਚ ਕੋਈ ਬਾਇਸਡ ਓਪੀਨੀਅਨ ਤਾਂ ਨਹੀਂ ਆ ਰਿਹਾ। ਮਤਲਬ these are the basic duties of an editor। ਹੁਣ ਉਹ ਐਡੀਟਰ ਦੀ ਜੋ ਜ਼ਿੰਮੇਵਾਰੀ ਕਿੱਥੇ ਹੈਗੀ ਹੈ? ਉਹ ਐਡੀਟਰ ਤਾਂ ਖੁਦ ਉਸ ਪੂਰੇ ਦੇ ਪੂਰੇ ਜਿਹੜੀ ਪਲੈਨਿੰਗ ਹੈ ਨਾ, ਉਹਦਾ ਖੁਦ ਅਨਿੱਖੜਵਾਂ ਹਿੱਸਾ ਤਾਂ ਸੰਪਾਦਕ ਹੀ ਬਣ ਗਿਆ, ਜਿਹੜਾ ਗੇਟਕੀਪਰ ਸੀ। ਦ ਰੋਲ ਆਫ ਐਨ ਐਡੀਟਰ ਇਜ਼ ਦ ਗੇਟਕੀਪਰ, ਕਿ ਉਹਨੇ ਉੱਥੇ ਰੋਕਣਾ, ਪਹਿਰਾ ਦੇਣਾ ਹੈ ਕਿ ਰਿਪੋਰਟਰ ਨੇ ਕੁਝ ਵੀ ਲਿਖਤਾ ਜਾਂ ਜੋ ਵੀ ਲਿਖਿਆ, ਉਹਨੂੰ ਲੱਗਿਆ ਨਹੀਂ ਯਾਰ ਇਹ ਚੀਜ਼ ਖਰਾਬ ਹੈ, ਇਸ ਨੂੰ ਕੱਟੋ, ਇਹਨੂੰ ਹਟਾਓ, ਇਹਨੂੰ ਕੱਟ ਛਾਂਟ ਕਰਕੇ ਉਸ ਤੋਂ ਬਾਅਦ ਫਾਈਨਲੀ ਜਿਹੜਾ ਪੋਲਿਸ਼ਡ ਪੀਸ ਜਾਏ, ਉਹਦੇ 'ਚ ਬਿਲਕੁਲ ਕਰੈਕਟ ਹੋਣਾ ਚਾਹੀਦਾ। ਉਹਦੇ 'ਚ ਮਰਿਆਦਾਵਾਂ ਜਾਂ ਜਿਹੜੇ ਤੁਹਾਡੇ ਕੋਡਸ ਹੈਗੇ ਨੇ, ਉਹਦੀ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ। ਸੋ ਹੁਣ ਤਾਂ ਐਡੀਟਰ, ਸੰਪਾਦਕੀ ਜਿਹੜਾ ਹੈਗਾ, ਉਹ ਪੂਰੀ ਦੀ ਪੂਰੀ ਸਕੀਮ ਦੇ ਵਿੱਚ ਖੁਦ ਇਨਵੋਲਵਡ ਹੈ। ਉੱਥੋਂ ਦਾ ਤੁਹਾਡੀਆਂ ਕਹਾਣੀਆਂ ਜਨਰੇਟ ਹੁੰਦੀਆਂ ਨੇ। ਹੁਣ ਜਿਵੇਂ ਤੁਸੀਂ ਇਹ 2-3 ਬਿੱਟੂ ਬਜਰੰਗੀ ਦਾ ਜ਼ਿਕਰ ਕੀਤਾ ਹੈ, ਮੋਨੂ ਮਾਨੇਸਰ ਦਾ ਕੀਤਾ, ਠੀਕ ਹੈ, ਚਲੋ ਇੱਕ ਸਰਟਨ ਨਿਊਜ਼ ਦੇ ਪਰਸਪੈਕਟਿਵ ਦੇ ਵਿੱਚ ਇਹਨਾਂ ਦੀ ਰੈਲੇਵੈਂਸ, ਇਹ ਨਿਊਜ਼ ਮੇਕਰ ਬਣ ਗਏ, ਨਿਊਜ਼ ਮੇਕਰ ਤਾਂ ਬਣੇ। ਸੋ ਨਿਊਜ਼ ਮੇਕਰ ਨੂੰ ਪਲੇਟਫਾਰਮ ਮਿਲਿਆ, ਲੇਕਿਨ ਪਲੇਟਫਾਰਮ ਸਿਰਫ ਉਹਨੂੰ ਕੀ ਦੇ ਦਿੱਤਾ ਗਿਆ ਪਰੋਸ ਕੇ, ਯਾਰ ਤੇਰੇ ਤੋਂ ਕੋਈ ਕ੍ਰਿਟੀਕਲ ਸਵਾਲ ਨਹੀਂ ਪੁੱਛੇਗਾ। ਉਹਨੂੰ ਦੋ ਵੀ ਕਿਸੇ ਨੇ ਸਿੱਧੇ ਸਵਾਲ ਪੁੱਛੇ ਹੋਣ, ਜਿੱਥੋਂ ਕਿ ਉਸਨੂੰ ਅਹਿਸਾਸ ਹੋਏ ਕਿ ਮੈਂ ਕੁਝ ਗਲਤ ਕਰਦਾ ਪਿਆ, ਪੱਤਰਕਾਰ ਹੀ ਪੁੱਛ ਸਕਦਾ ਨਾ, ਹੋਰ ਇਹੋ ਜਿਹੇ ਕ੍ਰਿਮੀਨਲਸ ਨੂੰ ਕੋਈ ਨਹੀਂ ਪੁੱਛ ਸਕਦਾ ਸਵਾਲ। ਇੱਕ ਜਰਨਲਿਸਟ ਦੇ ਵਿੱਚ ਫਿਰ ਵੀ ਕੈਪੈਸਿਟੀ ਹੁੰਦੀ ਹੈ ਕਿ ਕਿਉਂਕਿ ਉਸ ਦੇ ਕੋਲ ਇੱਕ ਮੋਰਲ ਪਾਵਰ ਹੈ। ਹੁਣ ਅਸੀਂ ਜੇ ਕਿਸੇ ਕ੍ਰਿਮੀਨਲ ਦੇ ਨਾਲ ਗੱਲ ਕਰ ਰਹੇ ਹਾਂ, ਕਿਸੇ ਗੈਂਗਸਟਰ ਦੇ ਨਾਲ, ਅਸੀਂ ਉਹ ਤੋਂ ਇੱਕ ਕੌੜਾ ਸਵਾਲ
ਪੁੱਛ ਸਕਦੇ ਹਾਂ, ਨਾਟ ਓਨਲੀ ਕ੍ਰਿਮੀਨਲਸ ਬਟ ਅਸੀਂ ਜੇ ਕਿਸੇ ਲੀਡਰ ਦੇ ਨਾਲ, ਮਿਨਿਸਟਰ ਦੇ ਨਾਲ, ਪੁਲਿਸ ਅਫਸਰ ਦੇ ਨਾਲ ਅਸੀਂ ਕੌੜਾ ਸਵਾਲ ਪੁੱਛ ਸਕਦੇ ਹਾਂ। ਅਦਰਵਾਈਜ਼ ਸਾਡੀ ਕੀ ਹਸਤੀ ਹੈ? ਬਿਲਕੁਲ ਸਹੀ। ਸਾਡੇ ਸਾਹਮਣੇ ਬਹੁਤ ਤਾਕਤਵਰ ਵਿਅਕਤੀ ਬੈਠਾ ਹੋ ਸਕਦਾ ਹੈ, ਲੇਕਿਨ ਸਾਡੇ ਕੋਲ ਸਿਰਫ ਇੱਕ ਮੋਰਲ ਅਥਾਰਟੀ ਹੈ ਜਿਸ ਦੇ ਬੇਸ ਉੱਤੇ ਅਸੀਂ ਉਹ ਹਿੰਮਤ ਕਰਦੇ ਹਾਂ। ਲੋਕਾਂ ਲਈ ਕਰਦੇ ਹਾਂ, ਕਿਸੇ ਲਈ ਕਰਦੇ ਹਾਂ, ਆਪਣੇ ਦਾਇਰੇ ਲਈ ਕਰਦੇ ਹਾਂ, ਆਪਣੇ ਲਈ ਕਰਦੇ ਹਾਂ, ਲੇਕਿਨ ਸਾਡੀ ਹਿੰਮਤ ਉੱਥੋਂ ਆਉਂਦੀ ਹੈ। ਸੋ ਮੋਰਲ ਜਿਹੜੀ ਅਥਾਰਟੀ ਹੈ ਦੈਟ ਇਜ਼ ਮੋਰ ਇੰਪੋਰਟੈਂਟ। ਸੋ ਉਸ ਮੋਰਲ ਅਥਾਰਟੀ ਦੇ ਨਾਲ ਜੇ ਤੁਸੀਂ ਸਵਾਲ ਹੀ ਨਹੀਂ ਕਰ ਰਹੇ ਹੋ, ਹੁਣ ਅੱਜ ਕੱਲ੍ਹ ਤਾਂ ਅਨਫੋਰਚੂਨੇਟਲੀ ਹੋ ਗਿਆ ਕਿ ਸਵਾਲ ਪੁੱਛਣ ਦਾ ਤੇ ਇੰਟਰਵਿਊਜ਼ ਦਾ ਆਪਾਂ ਦੇਖ ਹੀ ਲਿਆ ਹਾਲ। ਕੋਈ ਅੱਜ ਦੀ ਤਰੀਕ ਦੇ ਵਿੱਚ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਫੇਅਰ ਇੰਟਰਵਿਊ ਨਹੀਂ ਦੇ ਪਾ ਰਿਹਾ। ਤੁਸੀਂ ਚੀਫ ਮਿਨਿਸਟਰਾਂ ਦੇ ਅੱਜ ਇੰਟਰਵਿਊ ਦੇਖ ਲਓ, ਪੰਜਾਬ ਤੋਂ ਲੈ ਕੇ ਕਿਸੇ ਵੀ ਸੂਬੇ ਦੇ। ਤੁਸੀਂ ਕਦੀ ਕੋਈ ਇੰਟਰਵਿਊ ਦੇਖੀ ਹੈ? ਲਾਸਟ ਮੈਨੂੰ ਕੋਈ ਰੀਕਾਲ ਕਰਕੇ ਦਿਖਾਓ ਜਿੱਥੇ ਕਿ ਕਿਸੇ ਇੰਟਰਵਿਊ ਦੇ ਵਿੱਚ ਕਿਸੇ ਬੰਦੇ ਨੂੰ ਤੁਸੀਂ ਗ੍ਰਿਲ ਕਰਦਾ ਹੋਇਆ ਕਿਸੇ ਪੱਤਰਕਾਰ ਨੂੰ ਦੇਖਿਆ ਹੋਵੇ, ਕਿਉਂਕਿ ਉਹ ਸਿਸਟਮ ਖਤਮ ਹੋ ਜਾਂਦਾ ਹੈ। ਠੀਕ ਹੈ, ਆਪੋਜੀਸ਼ਨ ਦੇ ਲੀਡਰਾਂ ਨੂੰ ਤੁਸੀਂ ਬੈਠ ਕੇ ਗ੍ਰਿਲ ਕਰ ਰਹੇ ਹੁੰਦੇ ਹੋ ਜਿਹੜੇ ਆਊਟ ਆਫ ਪਾਵਰ ਹੈਗੇ ਨੇ, ਲੇਕਿਨ ਜਿਹੜਾ ਪਾਵਰਫੁਲ ਮੰਤਰੀ ਹੈ, ਜਿਹੜਾ ਮੁੱਖ ਮੰਤਰੀ ਹੈ ਕਿਸੇ ਰਾਜ ਦਾ ਜਾਂ ਦੇਸ਼ ਦਾ ਪ੍ਰਧਾਨ ਮੰਤਰੀ, ਉਹ ਕਦੇ ਵੀ ਆਪਣੇ ਆਪ ਨੂੰ ਹੀ ਇਜ਼ ਨਾਟ ਓਪਨ ਟੂ ਦ ਇੰਟਰਵਿਊ। ਸੋ ਮੋਰਲ ਜਿਹੜੀ ਅਥਾਰਟੀ ਹੈ ਉਹ ਖੁਦ ਹੀ ਵੀਕਨ ਹੁੰਦੀ ਚਲੀ ਗਈ। ਸੋ ਉਸ ਤੋਂ ਬਾਅਦ ਤਾਂ ਫਿਰ ਇਹ ਲੋਕ ਨਿਊਜ਼ ਮੇਕਰਸ ਨੇ ਕਿ ਅੱਜ ਦੀ ਹਾਲਤ ਇਹ ਹੋ ਚੁੱਕੀ ਹੈ ਵੀ ਇਸ ਤਰੀਕੇ ਦੇ ਸ਼ਰਾਰਤੀ ਜਿਹੜੇ ਲੋਕ ਨੇ ਉਹਨਾਂ ਲਈ ਸਾਨੂੰ ਤਰਲੇ ਕਰਨੇ ਪੈ ਰਹੇ ਨੇ। ਮੀਡੀਆ ਦਾ ਇੱਕ ਅਨਫੋਰਚੂਨੇਟ ਪਾਰਟ ਹੈ ਕਿ ਇੰਟਰਵਿਊ ਚਾਹੀਦੀ ਹੈ ਜੀ। ਮਤਲਬ ਮੰਨੂਗੇ ਨਹੀਂ, ਗੋਲਡੀ ਬਰਾੜ ਦੇ ਇੰਟਰਵਿਊ ਤੋਂ ਬਾਅਦ ਮੈਨੂੰ ਕਈ ਨੈਸ਼ਨਲ ਚੈਨਲਸ ਦੇ ਪੱਤਰਕਾਰਾਂ ਨੇ ਕਿਹਾ ਕਿ ਸਾਡੀ ਇੰਟਰਵਿਊ ਕਰਾਓ। ਮੈਂ ਕਿਹਾ ਮੈਂ ਕਿਵੇਂ ਕਰਾਵਾਂ? ਐਂਡ ਦੇ ਵਰ ਰੈਡੀ ਟੂ ਕਮ ਟੂ ਕੈਨੇਡਾ। ਉਹ ਕਹਿੰਦੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇੰਟਰਵਿਊ ਕਰਨੀ ਹੈ, ਇੱਕ ਕ੍ਰਿਮੀਨਲ ਦੀ ਇੰਟਰਵਿਊ ਕਰਨੀ ਹੈ। I mean, this is the it's a paid ਚਾਲ। ਅਸੀਂ ਕਿਉਂ ਇੰਟਰਵਿਊ ਕੀਤੀ? ਤਾਂ ਬਿਕੋਜ਼ ਵੀ ਵਰ ਟਰਾਈਂਗ ਟੂ ਗੈਟ ਟੂ ਦ ਬਾਟਮ ਆਫ ਅ ਸਿਚੁਏਸ਼ਨ। ਸਾਨੂੰ ਕੋਈ ਸ਼ੌਂਕ ਨਹੀਂ ਹੈ ਕਿ ਇਹਨਾਂ ਨੂੰ ਜਿਹੜੇ ਹੈਗੇ ਨੇ ਕ੍ਰਿਮੀਨਲਸ ਜਾਂ ਗੈਂਗਸਟਰ ਨੂੰ ਪੋਰਟਰੇ ਕਰੀਏ। ਆਊਟ ਆਫ ਬਲੂ ਬਹੁਤ ਲੋਕ ਸਮੇਂ ਆਏ ਜਦੋਂ ਕਿ ਸਾਨੂੰ ਕਿਹਾ ਗਿਆ ਵੀ ਇਸਦਾ ਕਰ ਲਓ, ਉਸਦਾ ਕਰ ਲਓ। ਨਹੀਂ ਕੀਤੇ, ਬਹੁਤ ਅਸੀਂ ਕ੍ਰਿਮੀਨਲਸ ਦੇ ਇੰਟਰਵਿਊ ਨਹੀਂ ਕੀਤੇ ਕਿਉਂਕਿ ਕਾਰਨ ਨਹੀਂ ਸੀ ਕੋਈ। ਜਦੋਂ ਕੋਈ ਕਾਰਨ ਪੈਦਾ ਹੋਇਆ ਦੈਨ ਯੂ ਡੂ ਇਟ। ਸੋ ਅਜਿਹੇ ਲੋਕਾਂ ਨੂੰ ਸਪੇਸ ਦੇਣਾ ਤੇ ਕਿੰਨੀ ਸਪੇਸ ਦੇਣਾ ਤੇ ਉਹਦੇ ਨਾਲ ਪਰਪਸ ਕੀ ਹੱਲ ਹੁੰਦਾ? ਜੇ ਤਾਂ ਤੁਹਾਡਾ ਪਰਪਸ ਹੱਲ ਹੁੰਦਾ, ਮੈਂ ਨਹੀਂ ਕਹਿੰਦਾ ਕਿ ਤੁਸੀਂ ਮੋਨੂ ਮਾਨੇ ਸਰ ਦੇ ਇੰਟਰਵਿਊ ਨਾ ਕਰੋ, ਬਟ ਯੂ ਸ਼ੁਡ ਡੂ ਇਟ ਇਫ ਇਟ ਸਰਵਸ ਅ ਪਰਪਸ ਐਂਡ ਵਿਦਿਨ ਅ ਕੰਟੈਕਸਟ ਇਟ ਡਸ ਸਰਵ ਅ ਪਰਪਸ। ਸੋ ਉੱਥੇ ਮੇਰਾ ਥੋੜਾ ਜਿਹਾ ਡਿਫਰੈਂਸ ਹੈ, बट नेवरदलेस ਤੁਸੀਂ ਉਹਨਾਂ ਨੂੰ खुला प्लेटफॉर्म दे दो ताकि कुछ भी बोली जान। दैट इज रॉन्ग। ये ऑब्जर्वेशन करण थापर का भी रहा है। हाल ही में उन्होंने एक इंटरव्यू दिया जिसमें उन्होंने कहा कि पहले जो इंटरव्यू का पर्पस क्या होता है कि एक पॉलिटिशियन या कोई भी पावरफुल इंसान आके आपके सामने बैठ गया है, आप उस मौके का फ़ायदा उठाते हुए आप सही सवाल पूछेंगे, उस बंदे की कमज़ोरियाँ क्या हैं, क्या उनके मिसस्टेप्स रहे हैं। पॉजिटिव्स तो खैर वो पॉजिटिव्स बोलने के लिए तो DAVP है ऑलरेडी, उसने बोलना ही है पॉजिटिव, लेकिन आप तो अपना काम करो। एग्जैक्टली हाँ। तो वो क्रिटिकल सवाल पूछने का वो अब ख़त्म हो चुका है। उन्होंने भी बिल्कुल वैसे ही कहा और प्लेटफॉर्म दिया जा रहा है बस लोगों को कि भाई अपना जो है हम अपनी तकरीर करें उस प्लेटफॉर्म के जरिए, ना ही लोगों के सवालों के जवाब। ਤੁਸੀਂ ਫਾਰਮੈਟ ਦੇਖੋ ਜਿਹੜੇ ਚੈਨਲਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇੱਥੇ ਮਤਲਬ ਬੰਦੇ ਖੜੇ ਕਰ ਲਏ ਜਾਂਦੇ ਨੇ, ਉਹਨਾਂ ਦਾ ਕੰਮ ਹੈ ਲੜਨਾ ਹੈ ਹਨਾ। ਜੇ ਕਿਸੇ ਸਟੂਡੀਓ ਦੇ ਵਿੱਚ ਹੱਥੋਂ ਪਾਈ ਹੋ ਜਾਣ ਲੋਕ, ਕਿਉਂਕਿ ਹੁੰਦੇ ਨੇ, हाँ होते हैं बिल्कुल, ਤੇ ਉਹ ਇੱਕ ਚੈਨਲ ਦੀ TRP ਵਧਾ ਦਿੰਦਾ ਹੈ। ਲੜਾਈ ਹੋ ਗਈ, ਝਗੜਾ ਹੋ ਗਿਆ, मतलब सी इमेजिन प्रोमोज में वो दिखाते हैं कि थप्पड़ मार दिया या घुसा मार ਉਹਨੂੰ ਫਿਰ ਚੈਨਲ 3 ਦਿਨ ਬਜਾਏਗਾ ਕਿ ਸਾਡੇ ਚੈਨਲ ਸਾਡੀ ਲੜਾਈ ਹੋਈ। ਉਹ ਫਿਰ ਕਹਿੰਦੇ ਵੀ ਯਾਰ ਕਿਸ ਚੈਨਲ ਤੇ ਪ੍ਰੋਗਰਾਮ ਦੇਖਿਆ ਸੀ, ਉੱਤੇ ਤਾਂ ਹੱਥੋਂ ਪਾਈ ਹੋ ਗਈ ਸੀ। ਸੋ ਮਤਲਬ ਬਹੁਤ ਹੀ ਇੱਕ ਅਜੀਬੋ-ਗਰੀਬ ਜੀ ਸਥਿਤੀ ਹੈ, ਬਹੁਤ ਮਤਲਬ ਜਿਹਨੂੰ ਕਹਿੰਦੇ ਅਨਫੋਰਚੂਨੇਟ, ਵੈਰੀ ਅਨਫੋਰਚੂਨੇਟ। ਹੋਰ ਕੀ ਕਹਿ ਸਕਦੇ ਹਾਂ, ਇਹ ਤਾਂ ਬਦਨਸੀਬੀ ਹੈ ਕਿ ਉਹ ਮੀਡੀਆ ਜਿਸ ਨੂੰ ਕਿ ਲੋਕਾਂ ਨੂੰ ਅਵੇਅਰ ਕਰ ਰਹੇ ਹੋਣਾ ਚਾਹੀਦਾ ਹੈ, ਜਾਗਰੂਕ ਕਰ ਰਹੇ ਹੋਣਾ ਚਾਹੀਦਾ ਹੈ, ਉਹ ਖੁਦ ਹੀ ਇਹਨਾਂ ਸਾਰੇ ਝਮੇਲਿਆਂ 'ਚ ਫਸਿਆ ਹੋਇਆ ਹੈ। नहीं, जैसे मुझे भी अब याद नहीं आ रहा है कि पहली बार शायद इतने बड़े इंस्टीट्यूशन के बड़े बड़े प्रोफेसर जिनका काम ही है मैनेजमेंट ग्रेजुएट्स तैयार करना, जो आगे चल के उन कॉर्पोरेट हाउसेस में जो काम करेंगे, वैसे लोगों का अपील करना। उस अपील में बहुत लंबा चौड़ा वो अपील है, उसमें लोगों ने कहा भी, मतलब लोगों को कहा है कि भाई आप जो एक सेकुलर फैब्रिक है मुल्क का, वो जो है फटता जा रहा है, टूटता जा रहा है, और उसमें जो है इन न्यूज़ चैनल्स का बहुत बड़ा रोल है उसको ख़त्म करने में कि आप जो है इसमें शामिल ना हो, आप इसको फंड करना बंद कर दें, ऐसे शोज़ में आप इन्वेस्ट ना करें। लेकिन फिर कॉर्पोरेट मीडिया भी उसके अलग इंटरेस्ट हैं, उसको भी आप जैसे देखिए कोई ओनर है, उसका अलग पॉलिटिकल इंटरेस्ट है, वो नहीं चाहेगा कि भाई उसके किसी शुगर के मिल में जो है रेड पड़ जाए, तो उसकी भी मजबूरियाँ होती हैं। तो एक इंडिपेंडेंट मीडिया का जो हम देखते हैं, जैसे न्यूज़ लॉन्ड्री जैसे प्लेटफॉर्म्स है, वो कहते रहते हैं कि भाई लोगों को पैसे देने पड़ेंगे अगर आपको इंडिपेंडेंट जर्नलिज्म चाहिए। तो क्या ये काम कर सकता है? क्राउड फंडिंग यू मीन, जैसे ये पब्लिक फंडेड मीडिया जो हाँ बिल्कुल है ना, ये नहीं, ये होना चाहिए। ਮੈਨੂੰ ਲੱਗਦਾ ਕਿ ਦਿਸ ਇਜ਼ ਸਮਥਿੰਗ ਵਿਚ ਇਜ਼ ਡੈਸਪਰੇਟਲੀ ਰਿਕੁਆਇਰਡ। ਜਿਹੜੇ ਵੀ ਅਦਾਰੇ ਇਦਾਂ ਕਰਾਊਡ ਫੰਡਿੰਗ ਲੈ ਰਹੇ ਨੇ,
ਚੰਗੇ ਅਦਾਰੇ ਲੈ ਰਹੇ ਨੇ, ਇੰਡੀਵਿਜੂਅਲਸ ਵੀ ਲੈ ਰਹੇ ਹੈਗੇ ਨੇ, ਉਹਨਾਂ ਨੂੰ ਪੀਪਲ ਸ਼ੁੱਡ ਸਪੋਰਟ ਦੈਮ। ਜੇ ਤੁਸੀਂ ਵਾਕਈ ਚਾਹੁੰਦੇ ਹੋ ਕਿ ਮੀਡੀਆ ਇੰਡੀਪੈਂਡੈਂਟ ਰਹੇ ਤਾਂ ਫਿਰ ਜਿਹੜਾ ਇੰਡੀਪੈਂਡੈਂਟ ਤੁਹਾਡੀ ਸਮਝ ਦੇ ਮੁਤਾਬਕ ਇੰਡੀਪੈਂਡੈਂਟ ਮੀਡੀਆ ਹੈ, ਜਿਹਦੀ ਮਿਹਨਤ ਹੈ, ਕਿਉਂਕਿ ਪਿੱਛੇ ਟੀਮਾਂ ਲੱਗਦੀਆਂ ਨੇ, ਲੋਕ ਹੈਗੇ ਨੇ, ਪ੍ਰੋਫੈਸ਼ਨਲਸ ਹੈਗੇ ਨੇ, ਕਿਵੇਂ ਤੁਸੀਂ ਅਫੋਰਡ ਕਰ ਪਾਓਗੇ ਜਦੋਂ ਸਰਕਾਰਾਂ ਤੁਹਾਨੂੰ ਐਡ ਨਹੀਂ ਦੇਣਗੀਆਂ। ਹੁਣ ਜਿਹੜੀ ਇਹ ਗੱਲ ਆਈ ਹੈ ਜਿੱਥੇ ਕਿ ਪ੍ਰੋਫੈਸਰਸ ਨੇ, ਜਿਹੜੇ ਜਿੰਨੇ ਵੀ ਐਜੂਕੇਸ਼ਨਿਸਟ ਹੈਗੇ ਨੇ, ਇਹਨਾਂ ਨੇ ਕਿਹਾ ਹੈ ਕਿ ਕਾਰਪੋਰੇਟ ਐਡ ਨਾ ਦੇ, ਲੇਕਿਨ ਹੁਣ ਇਹਨਾਂ ਦੀ ਗੱਲਾਂ ਨੂੰ ਜਿਵੇਂ ਤੁਸੀਂ ਖੁਦ ਹੀ ਜ਼ਿਕਰ ਕਰਤਾ ਕਿ ਕੌਣ ਸੁਣੇਗਾ, ਕੁਝ ਤਾਂ ਲੋਕਾਂ ਦੇ ਜ਼ਿਹਨ 'ਚ ਜਾਏਗੀ ਨਾ। ਆਫਟਰ ਆਲ ਕਾਰਪੋਰੇਟ ਦੇ ਵਿੱਚ ਵੀ ਈਡੀਅਟਸ ਤਾਂ ਬੈਠੇ ਨਹੀਂ ਹੈਗੇ ਨੇ, ਉੱਥੇ ਵੀ ਲੋਕ ਹੈਗੇ ਨੇ ਜੋ ਕਿ ਆਪਣੀ ਸੋਸਾਇਟੀ ਲਈ ਸੋਚਦੇ ਨੇ, ਜਿਨ੍ਹਾਂ ਦੇ ਮਾਈਂਡ ਕੰਮ ਕਰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਇੰਡੀਆ ਨੂੰ ਕਿਵੇਂ ਤਰੱਕੀ ਤੇ ਰਾਹ ਤੇ ਲਿਜਾਣਾ ਹੈ, ਉਹਦੇ ਵਿੱਚ ਇੱਕ ਪੂਰਾ ਚੰਗਾ ਮਾਹੌਲ ਚਾਹੀਦਾ। ਤੇ ਇਹ ਲੋਕ ਨਫ਼ਰਤ ਫੈਲਾ ਰਹੇ ਨੇ। ਦੇ ਆਰ ਸਰਟਨਲੀ ਨਾਟ ਡੂਇੰਗ ਅ ਗ੍ਰੇਟ ਹੈਲਪ ਟੂ ਦ ਕੰਟਰੀ। ਇਹ ਕੰਟਰੀ ਦੇ ਕੌਜ਼ ਲਈ ਕੁਝ ਨਹੀਂ ਹੋ ਰਿਹਾ। ਦੇਸ਼ ਭਗਤੀ, ਰਾਸ਼ਟਰੀਅਤਾ, ਨੈਸ਼ਨਲਿਜ਼ਮ, ਉਹਦੇ ਪੱਖ ਦੇ ਵਿੱਚ ਇਹ ਲੋਕ ਕੁਝ ਵੀ ਨਹੀਂ ਕਰ ਰਹੇ। ਇਹ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ। ਪੋਲੀਟੀਸ਼ੀਅਨ ਜਿਹੜੇ ਉਹਨਾਂ ਦੇ ਅੱਗੇ ਟੂਲ ਬਣੇ ਹੋਏ ਨੇ, ਆਪਣੀ TRP ਲੈ ਕੇ ਆਪਣੇ ਜਿਹੜੇ ਬਹੁਤ ਹੀ ਵੈਸਟਡ ਛੋਟੇ ਕਹਿੰਦਾ ਸੌੜੇ ਮੁਫਾਦ ਹੁੰਦੇ ਨੇ, ਛੋਟੇ ਇੰਟਰਸਟ ਹੁੰਦੇ ਨੇ, ਉਹਨਾਂ ਦੀ ਪੂਰਤੀ ਕਰ ਰਹੇ ਨੇ ਇਨ ਦ ਨੇਮ ਆਫ ਨੈਸ਼ਨਲਿਜ਼ਮ ਦੇ ਨਾਲ ਕੁਝ ਨਹੀਂ ਹੋਣਾ। ਇਹ ਫੈਬਰਿਕ ਨੇ ਤੁਹਾਡਾ ਪੱਠਾ ਬਿਠਾਣਾ ਹੈ, ਤੁਹਾਡੇ ਸਮਾਜ ਨੂੰ ਡਿਵਾਈਡ ਕਰਨਾ ਹੈ, ਉਹਦਾ ਨੁਕਸਾਨ ਕਰਨਾ ਹੈ। ਲੇਕਿਨ ਜੇ ਸਟਿਲ ਇਹ ਮੈਸੇਜ ਕੁਝ ਲੋਕਾਂ ਤੱਕ ਵੀ ਜਾਂਦਾ ਹੈ, ਜਿਹੜੇ ਜਾਗਰੂਕ ਪੜ੍ਹੇ ਹੋਏ ਲੋਕ ਨੇ, ਜੋ ਕਿ ਟ੍ਰੇਨਡ ਨੇ, ਇਕੁਇਪਡ ਨੇ, ਉਹਨਾਂ ਨੂੰ ਪਤਾ ਹੈ ਠੀਕ ਹੈ ਅੱਜ ਹਾਲਾਤ ਅਜਿਹੇ ਹੋ ਸਕਦੇ ਨੇ ਕਿ ਉਹ ਖੁੱਲ੍ਹ ਕੇ ਨਾ ਕਹਿਣ ਕਿ ਅੱਜ ਅਸੀਂ ਫਲਾਂ TV ਚੈਨਲ ਨੂੰ ਐਡ ਦੇਣੀ ਬੰਦ ਕਰ ਦਾਂਗੇ। ਇਹ ਪੋਸੀਬਲ ਹੈ ਕਿ ਬਹੁਤ ਵੱਡਾ ਕਾਰਪੋਰੇਟ ਦਾ ਭਾਈਚਾਰਾ ਨਾ ਕਰ ਪਾਏ, ਲੇਕਿਨ ਚੁੱਪ-ਚਪੀਤੇ ਦਾ ਕੰਮ ਕੀਤਾ ਜਾ ਸਕਦਾ। ਯੂ ਕੈਨ ਸਟਾਪ ਫੰਡਿੰਗ ਦਿਸ ਹੇਟ, ਸਿੰਪਲ ਐਜ਼ ਦੈਟ। ਜੇ ਕਿਸੇ 'ਚ ਹਿੰਮਤ ਹੈ ਅਦਾਰੇ 'ਚੋਂ ਖੁੱਲ੍ਹ ਕੇ ਕਹੇ ਕਿ ਨਹੀਂ ਮੈਂ ਨਹੀਂ ਕਰਦਾ, ਉਹ ਤਾਂ ਹੋਰਾਂ ਲਈ ਵੀ ਮਿਸਾਲ ਹੋਏਗਾ। ਲੇਕਿਨ ਉਸ ਤੋਂ ਬਾਅਦ ਉਹਨੂੰ ਨਤੀਜੇ, ਜ਼ੋਖਿਮ ਜਿਹੜੇ ਹੈਗੇ ਨੇ, ਖਾਮਿਆਜ਼ਾ ਭੁਗਤਣ ਲਈ ਤਿਆਰ ਰਹਿਣ ਦੀ ਲੋੜ ਹੈ। ਲੇਕਿਨ ਐਟ ਦ ਸੇਮ ਪੁਆਇੰਟ ਇਨ ਟਾਈਮ ਕਰਾਊਡ ਫੰਡਿੰਗ ਦਾ ਤਾਂ ਬਹੁਤ ਵਧੀਆ ਮਾਡਲ ਹੈ। ਟਾਈਮ ਹੈਜ਼ ਕਮ ਕਿ ਤੁਹਾਨੂੰ ਥੋੜ੍ਹਾ ਜਿਹਾ ਇੱਥੋਂ ਨਿਕਲਣਾ ਪੈਣਾ, ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਸਰਕਾਰਾਂ ਦੇ ਉੱਤੇ ਨਿਰਭਰ ਰਹੋਗੇ, ਦੇਖੋ ਸਾਰੇ ਇੱਕੋ ਜਿਹੇ ਨੇ, ਇਸ ਹਮਾਮ ਦੇ ਵਿੱਚ ਸਾਰੇ ਪੋਲੀਟੀਸ਼ੀਅਨ ਨੰਗੇ ਨੇ, ਸਾਰੇ ਦੇ ਸਾਰੇ ਉਸੇ ਮਿੱਟੀ ਦੇ ਬਣੇ ਹੋਏ ਨੇ। ਅੱਜ ਜੇ BJP ਦਾ ਪਲੜਾ ਭਾਰੀ ਹੈ, ਕੱਲ੍ਹ ਨੂੰ ਜੇ ਕਾਂਗਰਸ ਦਾ ਪਲੜਾ ਭਾਰੀ ਹੋਏਗਾ, ਤੇ ਪੰਜਾਬ ਦੇ ਵਿੱਚ ਆਮ ਆਦਮੀ ਦਾ ਪਲੜਾ ਭਾਰੀ ਹੋ ਕੇ ਅਸੀਂ ਦੇਖ ਲਿਆ। ਮੀਡੀਆ ਦਾ ਜਿੰਨਾ ਦਮਨ ਪੰਜਾਬ ਦੇ ਵਿੱਚ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਗਿਆ ਨਾ, ਜਿਸ ਨੂੰ ਕਹਿੰਦਾ ਕਿ ਆਇਰਨ ਗ੍ਰਿਪ ਦੇ ਨਾਲ ਮੀਡੀਆ ਨੂੰ ਚੂੰ ਵੀ ਨਹੀਂ ਕਰਨ ਦਿੱਤਾ ਜਾ ਰਿਹਾ, ਐਡੀ ਮਾਈਕਰੋ ਮੈਨੇਜਮੈਂਟ ਹੈ, ਉਹ ਐਗਜ਼ਾਮਪਲ ਹੋ ਗਿਆ ਸਾਡੇ ਸਾਹਮਣੇ ਕਿ ਸਰਕਾਰਾਂ ਸਾਰੇ ਇੱਕੋ ਜਿਹੇ ਨੇ। ਸੋ ਦੇ ਆਰ ਦ ਸੇਮ। ਸੋ ਇਸ ਮਾਹੌਲ ਦੇ ਵਿੱਚ ਇਟ ਇਜ਼ ਵੈਰੀ ਇੰਪੋਰਟੈਂਟ ਕਿ ਮੀਡੀਆ ਇੰਡੀਪੈਂਡੈਂਟਲੀ ਖੁੱਲ੍ਹ ਕੇ ਸਾਹਮਣੇ ਆਏ, ਤੇ ਟੈਲੈਂਟਡ ਜਿਹੜੇ ਲੋਕ ਨੇ, ਪੱਤਰਕਾਰ ਜਿਹੜੇ ਅੱਛੇ ਪੱਤਰਕਾਰ ਨੇ, ਉਹ ਇਹਨਾਂ ਲੋਕਾਂ ਦੇ ਪਲੇਟਫਾਰਮਸ ਦੇ ਉੱਤੇ ਨਫ਼ਰਤ ਫੈਲਾਉਣ ਦੀ ਬਜਾਏ ਚੰਗਾ ਕੰਮ ਕਰਨ। ਇਹੀ ਲੋਕ ਆਈ ਐਮ ਸ਼ੋਰ ਆ ਜਿਹੜੇ ਜਿੰਨੇ ਵੀ ਜਰਨਲਿਸਟਾਂ ਦੇ ਤੁਸੀਂ ਤਸਵੀਰਾਂ ਪਿੱਛੇ ਆਪਾਂ ਦੇਖ ਰਹੇ ਹਾਂ, ਜਿਹੜੇ ਕਿ ਸੋ ਕਾਲ ਪੋਸਟਰ ਬॉयਜ਼ ਹੈਗੇ ਨੇ, ਇਹਨਾਂ ਨੂੰ ਜੇ ਚੰਗੀਆਂ ਤਨਖਾਹਾਂ, ਚੰਗੇ ਪੈਕੇਜਸ ਚੰਗੇ ਅਦਾਰਿਆਂ ਵੱਲੋਂ ਦਿੱਤੇ ਜਾਣ, ਮੀਨਿੰਗਫੁਲ ਅਦਾਰਿਆਂ ਵੱਲੋਂ, ਤਾਂ ਇਹ ਉਹਨਾਂ ਲਈ ਕੰਮ ਕਰਨਗੇ। ਵਾਈ ਸ਼ੁੱਡ ਈਵਨ ਮੈਨੂੰ ਲੱਗਦਾ ਕਿ ਅੰਦਰੋਂ ਇਹ ਵੀ ਨਹੀਂ ਚਾਹੁੰਦੇ ਹੋਣਗੇ, ਰੋਜ਼ ਜਾ ਕੇ ਆਪਣਾ ਸ਼ੀਸ਼ਾ ਦੇਖਦੇ ਹੋਣਗੇ, ਆਪਣੇ ਆਪ ਨੂੰ ਕੋਸਦੇ ਵੀ ਹੋਣਗੇ, ਕਿਤੇ ਨਾ ਕਿਤੇ ਕਹਿੰਦੇ ਹੋਣਗੇ ਮੈਂ ਕੀ ਕੰਮ ਕਰਦਾ ਪਿਆ। ਲੇਕਿਨ ਸਮਾਂ ਐਸਾ ਹੈ, ਨੌਕਰੀਆਂ ਨੇ ਕਰਨੀਆਂ ਪੈਣੀਆਂ ਇਹਨਾਂ ਨੂੰ। क्योंकि बहुत से फाइन्स भी इन पर हुए हैं। ब्रॉडकास्टिंग स्टैंडर्ड्स अथॉरिटी ने काफ़ी बार पेनलाइज किया है कि कभी 50,000 का जुर्माना लग गया है। एंकर्स को डी प्लेटफॉर्म करने की भी बात की थी कोर्ट ने कि भाई ऐसे अगर लोग जो नफरती बातें कर रहे हैं शोज़ के ज़रिए, उन लोगों को हटाया जाए। उस पर कोई एक्शन हुआ नहीं है। लेकिन यहाँ पे हमने एक पिछले दिनों देखा कि ये जो आप देख रहे हैं न्यूज़ 18 के एक साहब हैं, उन्हीं का शो है। न्यूज़ 18 ने एक किसी इसमें इन्वेस्ट किया था छत्तीसगढ़ गवर्नमेंट का। छत्तीसगढ़ के चीफ मिनिस्टर भूपेश बघेल साहब अल्टीमेटली प्रोटेस्ट हुए बहुत सोशल मीडिया पे कि आप इस ग्रुप को आप क्यों फंड कर रहे हैं, कि ये जहर फैला रहा है। तो पब्लिक प्रेशर में आके वो खुद गए नहीं हैं, वो इन्वाइटेड चीफ गेस्ट थे, वो गए नहीं। उसके बाद बहुत लोगों ने ये कहना शुरू कर दिया कि ऑपोजिशन के लोग जाएं ना ऐसे चैनल्स में, क्योंकि अल्टीमेटली उन्हीं को अटैक करना है। क्या ये सही तरीका है इस चीज़ को ख़त्म करने का? नहीं, ਮੈਨੂੰ ਲੱਗਦਾ ਕਿ ਇਹ ਕੋਈ ਹੱਲ ਨਹੀਂ ਹੈ ਬਾਇਕਾਟ ਕਰਨਾ। ਤੁਸੀਂ ਕਹਿ ਰਹੇ ਹੋ ਵੀ ਇਸ ਤਰੀਕੇ ਦੇ ਮੀਡੀਆ ਦਾ ਬਾਇਕਾਟ ਕੀਤਾ ਜਾਏ। ਸੋ ਉੱਥੇ ਜਾਣਾ, ਉਹ ਮੰਚ ਜੇ ਤੁਹਾਨੂੰ ਅਲਾਉ ਕਰ ਰਿਹਾ ਹੈ, ਤੁਸੀਂ ਜਾ ਕੇ ਉੱਥੇ ਆਪਣੀ ਗੱਲ ਕਹਿ ਪਾ ਰਹੇ ਹੋ, ਤਾਂ ਉਸ ਚੀਜ਼ ਦਾ ਫਾਇਦਾ ਚੁੱਕਣਾ ਚਾਹੀਦਾ ਹੈ। ਸਿੰਪਲ ਐਜ਼ ਦੈਟ। ਜਿਹੜਾ ਬਾਇਕਾਟ ਦੀ ਗੱਲ ਹੈਗੀ ਹੈ, ਮੈਨੂੰ ਲੱਗਦਾ ਉਹਦਾ ਪਹਿਲਾਂ ਵੀ ਹੋ ਚੁੱਕਾ ਹੈ, ਬਹੁਤ ਵਾਰ ਹੋ ਚੁੱਕਾ ਹੈ। ਬਹੁਤ ਸੇ ਅਦਾਰਿਆਂ ਨੂੰ, ਚੈਨਲਸ ਨੂੰ ਬਾਇਕਾਟ ਕੀਤਾ ਹੈ ਇਹਨਾਂ ਦੀ ਕੰਸੀਡਰੇਸ਼ਨ ਜਾਂ ਪੋਲੀਟੀਕਲ ਕੰਸੀਡਰੇਸ਼ਨ ਦੇ ਚੱਲਦੇ। ਲੇਕਿਨ ਇਟ ਡਜ਼ਨਟ ਹੈਲਪ ਦੈਮ, ਸਪੈਸ਼ਲੀ ਉਸ ਸਥਿਤੀ ਦੇ ਵਿੱਚ ਜਦੋਂ ਕਿ ਇਹ ਲੋਕ ਤੁਹਾਨੂੰ ਇੱਕ ਮੰਚ ਦੇਣਾ ਚਾਹ ਰਹੇ ਨੇ। ਸੋ ਮੰਚ ਤੋਂ ਜਾ ਕੇ ਤੁਸੀਂ ਜਿੰਨਾ ਵੀ ਗੱਲ ਕਰਨੀ ਚਾਹ ਰਹੇ ਹੋ ਕਹਿ ਤਾਂ ਪਾਓ। ਹਾਂ, ਜੇ ਉੱਥੇ ਤੁਹਾਡੇ ਨਾਲ
ਅਨਫੇਅਰ ਟਰੀਟ ਕੀਤਾ ਜਾਂਦਾ ਹੈ, ਤੁਹਾਨੂੰ ਉਹਨਾਂ ਸਮਾਂ ਹੀ ਨਹੀਂ ਦਿੱਤਾ ਜਾਂਦਾ ਹੈ, ਤੁਹਾਡੀ ਕਈ ਗੱਲ ਨੂੰ ਐਡਿਟ ਕਰਤਾ ਜਾਂਦਾ ਹੈ ਦੂਸਰੇ ਪੱਖ ਨੂੰ, ਤਾਂ ਫਿਰ ਉਹ ਇੱਕ ਵੱਖਰਾ ਇਸ਼ੂ ਹੋ ਸਕਦਾ। ਦੈਨ ਯੂ ਸ਼ੁੱਡ ਥਿੰਕ ਅਬਾਊਟ ਥੀਸ ਕਾਈਂਡ ਆਫ ਬਾਈਕਾਟਸ। ਲੇਕਿਨ ਮੈਨੂੰ ਲੱਗਦਾ ਕਿ ਬਾਈਕਾਟ ਹੱਲ ਨਹੀਂ ਹੈ, ਇਟ ਹੈਜ਼ ਟੂ ਬੀ ਰੈਗੂਲੇਟਿਡ, ਇਟ ਹੈਜ਼ ਟੂ ਬੀ ਪ੍ਰੋਪਰਲੀ ਰੈਗੂਲੇਟਿਡ। ਇਹ ਛੋਟੇ ਛੋਟੇ ਪੀਸਮਿਲ ਤਰੀਕੇ ਹੈਗੇ ਨੇ, ਚਾਹੇ ਆਪਾਂ ਹੁਣ ਫੰਡਿੰਗ ਨੂੰ ਰੋਕ ਲਈਏ ਇਹਨਾਂ ਨੂੰ, ਠੀਕ ਹੈ ਕਾਰਪੋਰੇਟ ਦੀ ਫੰਡਿੰਗ ਰੁਕ ਵੀ ਜਾਏਗੀ, ਇਹਨਾਂ ਨੂੰ ਉਤਲੇ ਲੈਵਲ ਤੋਂ ਸਰਕਾਰਾਂ ਤੋਂ ਮਿਲਦੇ ਰਹਿਣੇ ਫੰਡਿੰਗ। ਸਰਕਾਰੀ ਐਡਵਰਟਾਈਜ਼ਮੈਂਟ ਬੜਾ ਵੱਡਾ ਹਿੱਸਾ ਹੈ, ਹੁਣ ਤਾਂ ਇੱਕ ਭਾਰਤ ਦੇ ਵਿੱਚ ਮਾਡਲ ਬਣ ਚੁੱਕਾ ਹੈ, ਸਟੇਟਸ ਫੋਲੋ ਕਰ ਰਹੀਆਂ ਨੇ, ਸਟੇਟਸ ਦੇ ਕੋਲ ਅੱਜ ਐਡਾ ਫੰਡ ਹੈ ਵੀ ਦਿੱਲੀ ਦਾ ਪੂਰਾ ਪ੍ਰਚਾਰ ਪੰਜਾਬ ਦੇ ਖਰਚੇ ਤੋਂ ਹੋ ਰਿਹਾ ਹੈ ਨਾ, ਇਹ ਚੀਜ਼ਾਂ ਹੋ ਰਹੀਆਂ ਨੇ। ਸੋ ਏਜੰਡਾ ਦਿੱਲੀ ਦਾ ਹੁੰਦਾ ਹੈ, ਇਸ਼ਤਿਹਾਰ ਰਾਜਸਥਾਨ 'ਚ ਲੱਗਦਾ ਹੈ, ਇਸ਼ਤਿਹਾਰ ਕਿਸੇ ਹੋਰ ਸਟੇਟ ਦੇ ਵਿੱਚ ਲੱਗ ਰਿਹਾ ਹੁੰਦਾ ਹੈ, ਤੇ ਜਾਰੀ ਕਰਨ ਵਾਲੀ ਪੰਜਾਬ ਸਰਕਾਰ ਹੁੰਦੀ ਹੈ। ਉਹ ਬੜਾ ਹੈਰਾਨੀ ਹੁੰਦੀ ਹੈ ਵੀ ਜੀ ਮੱਧ ਪ੍ਰਦੇਸ਼ ਦੇ ਜਾਂ ਰਾਜਸਥਾਨ ਦੇ, ਗੁਜਰਾਤ ਦੇ ਅਖਬਾਰਾਂ ਦੇ ਵਿੱਚ ਪੰਜਾਬ ਦੇ ਇਸ਼ਤਿਹਾਰ ਕਿਉਂ ਛਪ ਰਹੇ ਨੇ। ਸੋ ਸਟੇਟ ਦੀ ਫੰਡਿੰਗ ਹੈ, ਗਵਰਨਮੈਂਟ ਫੰਡਿੰਗ ਇੱਕ ਬੜਾ ਵੱਡਾ ਟੂਲ ਹੈ। ਸੋ ਇਹਨਾਂ ਲੋਕਾਂ ਨੂੰ ਫੰਡਿੰਗ ਦੀ ਤਾਂ ਕੋਈ ਕਮੀ ਨਹੀਂ ਹੈ। ਸੋ ਤੁਸੀਂ ਜੇ ਸੋਚ ਰਹੇ ਹੋ ਕਿ ਇਹਨੂੰ ਰੋਕ ਲਓਗੇ, ਨੋ ਯੂ ਕਾਂਟ ਡੂ ਦੈਟ, ਉਹ ਮੁਸ਼ਕਿਲ ਹੈ ਜਦ ਤੱਕ ਇੱਕ ਸੈਲਫ ਕਰੈਕਸ਼ਨ ਦਾ, ਇੱਕ ਸੈਲਫ ਰੈਗੂਲੇਸ਼ਨ ਦਾ ਸਿਸਟਮ ਨਹੀਂ ਆ ਜਾਂਦਾ, ਜਾਂ ਫਿਰ ਸਾਡੀਆਂ ਅਦਾਲਤਾਂ ਸਖਤ ਨਹੀਂ ਹੁੰਦੀਆਂ। ਆਈ ਕਾਂਟ ਐਕਸਪੈਕਟ ਕਿ ਗਵਰਨਮੈਂਟ ਦੀ ਕੋਈ ਡਿਪਾਰਟਮੈਂਟ ਜਾਂ ਮਸ਼ੀਨਰੀ ਜਾਂ ਪੁਲਿਸ ਮਹਿਕਮਾ ਕੰਮ ਕਰੇਗਾ, ਕਿਉਂਕਿ ਉਹਨਾਂ ਨੇ ਵੀ ਸਰਕਾਰਾਂ ਦੇ ਹਿਸਾਬ ਨਾਲ ਚੱਲਣਾ ਹੈ। ਲੇਕਿਨ ਅਦਾਲਤਾਂ ਤੋਂ ਐਕਸਪੈਕਟਡ ਹੈ ਕਿ ਜਿਵੇਂ ਇੱਕ ਹੇਟ ਸਪੀਚ ਦੇ ਖਿਲਾਫ ਗੱਲ ਆ ਗਈ ਨਾ, ਹੁਣ ਇਲੈਕਸ਼ਨ ਕਮਿਸ਼ਨ ਨੇ ਹੁਣ ਹੇਟ ਸਪੀਚ ਤੁਸੀਂ ਦੇ ਕੇ ਦਿਖਾਓ ਕਿਸੇ ਚੋਣ ਦੇ ਵਿੱਚ, ਨਾਲ ਦੇ ਨਾਲ FIR ਦਰਜ ਹੋ ਜਾਂਦੀ ਹੈ। ਦ ਮੋਮੈਂਟ ਯੂ ਅਟਰ ਅ ਸਿੰਗਲ ਵਰਡ ਫॉर ਹੇਟ ਸਪੀਚ, ਯੂ ਵਿਲ ਬੀ ਬੁੱਕਡ ਅੰਡਰ ਐਨ FIR। ਸੋ ਉਹ ਕੰਮ ਰੋਕਤਾ। ਚੋਣਾਂ ਤੋਂ ਪਹਿਲਾਂ ਅਕਸਰ ਇਹ ਹੇਟ ਸਪੀਚ ਕਰਦੇ ਸੀ। ਸੋ ਉਸ ਤਰੀਕੇ ਦੇ ਰੈਗੂਲੇਸ਼ਨ ਚਾਹੀਦੇ ਵੀ ਤੁਹਾਡੇ TV ਤੇ ਕੋਈ ਖਬਰ ਚੱਲੀ, ਕਿਸੇ ਐਂਕਰ ਨੇ ਕੋਈ ਵੀ ਨਫ਼ਰਤ ਫੈਲਾਉਣ ਵਾਲੇ ਬੰਦੇ ਨੂੰ ਫਲੈਗ ਨਹੀਂ ਕੀਤਾ ਜਾਂ ਉਹਨੂੰ ਹਵਾ ਦਿੱਤੀ ਹੋਰ, ਤਾਂ then action should be taken against such performers or presenters। so उस तरीके का जब सिस्टम बनेगा ता फिर काम सूत आएगा। जब हमने भारत जोड़ो यात्रा हुआ था तब हमने देखा कि राहुल गांधी साहब जो हैं उन्होंने किसी भी बड़े चैनल को इंटरव्यू नहीं दिया, और ये पॉलिसी थी उनकी कि सिर्फ और सिर्फ यूट्यूब चैनल्स को ही वो इंटरव्यू देंगे। उसी दौरान मूक नायक की मीना कोतवाल बड़ी फेमस हो गई थी, वो अपनी बच्ची को लेकर के इंटरव्यू की थी। हाल ही में उन्होंने हालांकि बोला है कि उनका अब चैनल चल नहीं रहा है। तो ऐसा एक उन लोगों ने सोचा था कि यूट्यूब के ज़रिए शायद अपनी बात को फैला सकेंगे। बहुत से ऐसे जर्नलिस्ट भी हैं बड़े बड़े जो डी प्लेटफॉर्म हो गए हैं, अब यूट्यूब में वो अपना चैनल चला रहे हैं। साथ ही साथ यूट्यूब के ज़रिए वो नफरती एक्टर्स भी आ गए हैं, वो भी यूट्यूब के ज़रिए बहुत सा जहर जो है फैला रहे हैं। क्या यूट्यूब में फ्यूचर दिख रहा है फिर? क्या मीडिया उस तरह से जिंदा रह पाएगा यूट्यूब? नहीं, देखो एक डेस्परेट कोशिश है अपना तरातल तलाशण दी। हर बंदा अपना अपना तरातल तलाश रहा है, स्पेशली मीडिया पर्सनस, राइट। उन्होंने भी प्लेटफॉर्म जिवें आपां पहलां जिक्र किया, बहुत से अजिहे पत्रकार हैगे ने देश के बड़े नामी पत्रकार जो कि बड़े वड्डे अदारियां दे बहुत सीनियर पोजीशनस दे उत्ते सन। सो वो लोग अदारे नूं छड्ड चुके ने। आई एम माईसैल्फ, तुसीं भी मीडिया दे विच्चों आए हो, मैं खुद एक यूट्यूब चैनल चलाना हजे भी, राइट। सो वी लैफ्ट दी ऑर्गेनाइजेशंस एंड ਅਸੀਂ ਆਪਣੇ ਸਿਰ ਤੇ ਉੱਤੇ ਅੱਜ ਵੀ ਸਾਨੂੰ ਬਹੁਤ ਲੋਕਾਂ ਨੇ ਕਿਹਾ ਇਹ ਆਰਗੇਨਾਈਜੇਸ਼ਨਸ ਆ ਜਾਓ ਜੁਆਇਨ ਕਰ ਲਓ, ਬਟ ਨਹੀਂ ਕੀਤਾ ਕਿਉਂਕਿ ਪਤਾ ਸੀਗਾ ਕਿ ਸਾਨੂੰ ਪਤਾ ਵੀ ਕਿਵੇਂ ਕਿਸ ਤਰੀਕੇ ਦੇ ਪੁਲਸ ਐਂਡ ਪ੍ਰੈਸ਼ਰਸ ਚੱਲਦੇ ਹੈਗੇ ਨੇ। ਸੋ ਉਹ ਚੀਜ਼ਾਂ ਤੁਹਾਨੂੰ ਆਜ਼ਾਦੀ ਦੇ ਨਾਲ ਕੰਮ ਕਰਨ ਦੇ ਵਿੱਚ ਰੁਕਾਵਟ ਨੇ। YouTube ਐਜ਼ ਆਫ ਨਾਓ ਤਾਂ ਇੱਕ ਹੋਪ ਦਿਸ ਰਹੀ ਹੈ, ਬਟ ਯੂ ਨੈਵਰ ਨੋ ਅਬਾਊਟ ਦ ਫਿਊਚਰ, ਰਾਈਟ। ਜਿਵੇਂ ਫੇਸਬੁੱਕ ਦਾ ਆਪਾਂ ਇੱਥੇ ਚਰਚਾ ਕਰ ਰਹੇ ਆਪਾਂ ਰਾਈਟ ਨਾਓ ਇਨ ਕੈਨੇਡਾ, ਕੀ ਹੋਇਆ ਫੇਸਬੁੱਕ ਦੇ ਨਾਲ। ਬਹੁਤ ਸੇ ਜਿਹੜੇ ਫੇਸਬੁੱਕ ਦੇ ਉੱਤੇ ਨਿਰਭਰ ਪੱਤਰਕਾਰ ਸੀ, ਹੁਣ ਫੇਸਬੁੱਕ ਨੇ ਖਬਰਾਂ ਹੀ ਉਡਾਤੀਆਂ ਕਿਉਂਕਿ ਕੈਨੇਡਾ ਸਰਕਾਰ ਇਹੋ ਜਿਹਾ ਕਾਨੂੰਨ ਲੈ ਕੇ ਆਂਦੀ ਹੈ। ਸੋ ਇਸੇ ਤਰੀਕੇ ਦੇ ਉੱਤੇ ਜੇ ਟਰੂਡੋ ਦੀ ਖੁਦ ਨਹੀਂ ਦੇਖ ਪਾ ਰਹੇ ਰੈਡ ਐਫਐਮ ਵੈਨਕੂਵਰ ਕੇ ਵੀਡੀਓਜ਼, ਬਿਲਕੁਲ ਬਿਲਕੁਲ, ਤੇ ਜੇ ਇਹੀ ਜੋ ਜਸਟਿਨ ਟਰੂਡੋ ਨੇ ਇੱਥੇ ਮਤਲਬ ਮੈਂ ਤਾਂ ਕਹਾਂਗਾ ਇਹ ਸਰਕਾਰ ਨੇ ਇੱਥੇ ਕੜੀ ਘੋਲੀ ਹੈ ਲਿਟਰਲੀ, ਤੇ ਜੇ ਇਹ ਕੰਮ ਨਰਿੰਦਰ ਮੋਦੀ ਜਾਂ ਭਾਰਤ ਸਰਕਾਰ ਨੂੰ ਇਹ ਆਈਡੀਆ ਮਿਲ ਜਾਣ ਵੀ ਕੈਨੇਡਾ ਵਰਗੀ ਜੇ ਡੈਮੋਕ੍ਰੇਸੀ ਇਸ ਤਰੀਕੇ ਦੇ ਨਾਲ ਇਹੋ ਜਿਹੇ ਡਰੈਕੋਨੀਅਨ ਕਾਨੂੰਨ, ਮੈਂ ਤਾਂ ਇਸਨੂੰ ਸੈਂਸਰਸ਼ਿਪ ਦੇ ਕਾਨੂੰਨ ਕਹਾਂਗਾ, ਨਾਟ ਡੈਟ ਕਿ ਆਪੋਜੀਸ਼ਨ ਕਹਿੰਦੀ ਹੈ ਬਟ ਫੈਕਚੁਅਲੀ ਹੋਇਆ ਤਾਂ ਉਹੀ ਹੈ ਕਿ ਉੱਥੇ ਉਹਨਾਂ ਨੇ ਇੱਕ ਕਾਨੂੰਨ ਲੈ ਕੇ ਆਂਦਾ ਤੇ ਫੇਸਬੁੱਕ ਕਹਿੰਦਾ ਵੀ ਮੈਂ ਆਪਣੀ ਖਬਰਾਂ ਪੁੱਲ ਬੈਕ ਕਰ ਰਿਹਾ, ਫੇਸਬੁੱਕ ਨੇ ਖਬਰਾਂ ਹਟਾਤੀਆਂ। ਅੱਜ ਉਹ ਲੋਕ ਜੋ ਕਿ ਇੰਡੀਪੈਂਡੈਂਟ, ਕੱਲ੍ਹ ਨੂੰ ਇਹ ਚੀਜ਼ ਗੂਗਲ YouTube ਦੇ ਨਾਲ ਵੀ ਹੋ ਸਕਦੀ ਹੈ। ਸੋ ਠੀਕ ਹੈ, ਜਿੰਨੀ ਦੇਰ ਤੱਕ ਗੱਲ ਤਾਂ ਹੈ ਕਿ ਤੁਸੀਂ ਇੱਕ ਅਲਟਰਨੇਟ ਤਰੀਕਾ ਲੱਭਦੇ ਪਏ ਹੋ, ਤੇ ਕੱਲ YouTube ਨਹੀਂ ਹੋਏਗਾ ਕੁਝ ਹੋਰ ਹੋ ਜਾਏਗਾ। ਐਪ ਬੇਸਡ ਟੈਕਨੋਲੋਜੀਜ਼ ਆ ਜਾਣਗੀਆਂ, ਬਹੁਤ ਚੀਜ਼ਾਂ, ਟੈਕਨੋਲੋਜੀ ਵੀ ਤਾਂ ਬਹੁਤ ਇੰਪਾਵਰ ਕਰ ਰਹੀ ਹੈ। ਸਭ ਤੋਂ ਇਸ ਵਕਤ ਜਿਹੜੀ ਵੱਡੀ ਗੇਮ ਚੇਂਜਰ ਹੈ ਉਹ ਟੈਕਨੋਲੋਜੀ ਹੈ। ਅੱਜ ਇਹ ਵੱਡੇ ਵੱਡੇ ਜਿਹੜੇ ਚੈਨਲ ਹੈਗੇ ਨੇ ਜਿੰਨੇ ਵੀ ਆਪਾਂ ਦੇਖ ਰਹੇ ਨੇ, ਇੱਕ ਤਬਕਾ ਹੁਣ ਇਹਨੂੰ ਦੇਖਦਾ ਹੈ, ਇਹ ਵੀ ਸਮਝਣ ਦੀ ਲੋੜ ਹੈ। ਜਿਹੜਾ ਯੂਥ ਹੈ ਅੱਜ, ਇੱਕ ਫਿਊਚਰਿਸਟਿਕ ਜਿਹੜੇ ਲੋਕ ਹੈਗੇ ਨੇ, ਉਹ ਇਹ ਚੀਜ਼ਾਂ ਨੂੰ ਵੇਖ ਕੇ ਰਾਜੀ ਨਹੀਂ ਹੈਗੇ। ਇਹ ਲੋਕ, ਇਹਨਾਂ ਲੋਕਾਂ ਦੀ ਵੀ ਆਡੀਅੰਸ ਆਹਿਸਤਾ ਆਹਿਸਤਾ ਜਾ ਰਹੀ ਹੈ। ਸੋ ਭਵਿੱਖ ਦੇ ਵਿੱਚ ਟੈਕਨੋਲੋਜੀ ਬੜੀ ਵੱਡੀ ਗੇਮ ਚੇਂਜਰ ਹੈ। ਟੈਕਨੋਲੋਜੀ ਦੇ ਉੱਤੇ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਸਰਕਾਰਾਂ ਦੀਆਂ, ਜੋ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਨੇ ਹਰਕਤ ਕੀਤੀ ਹੈ, ਮੈਂ ਉਹਨੂੰ ਹਰਕਤ ਹੀ ਕਹਾਂਗਾ, ਐਂਡ ਆਮ ਵੈਰੀ ਕ੍ਰਿਟੀਕਲ ਟੂ ਵਟ ਹੀ ਹੈਜ਼ ਡਨ,
ਬਿਕੋਜ਼ ਇਹਨੇ ਪੂਰੀ ਦੁਨੀਆ ਦੇ ਅੱਗੇ ਇੱਕ ਮਾਡਲ ਦੇਤਾ ਜਿੱਥੇ ਕਿ ਹੁਣ ਤੁਸੀਂ ਸੋਸ਼ਲ ਮੀਡੀਆ ਨੂੰ ਵੀ ਦਬਾ ਸਕਦੇ ਹੋ, ਉੱਥੇ ਵੀ ਖਬਰਾਂ ਤੁਸੀਂ ਰੋਕ ਸਕਦੇ ਹੋ। ਸੋ ਦੈਟ ਇਜ਼ ਵੈਰੀ ਅਨਫੋਰਚੂਨੇਟ। ਸੋ ਸਰਕਾਰਾਂ ਕੋਸ਼ਿਸ਼ ਕਰਦੀਆਂ ਰਹਿਣਗੀਆਂ ਕਿ ਅਸੀਂ ਕਾਨੂੰਨਾਂ ਜਾਂ ਹੋਰ ਘੁੰਡੀਆਂ ਲਿਆ ਕੇ ਮੀਡੀਆ ਨੂੰ ਦਬਾਣਾ ਨਾ। ਬੇਸਿਕਲੀ ਤਾਂ ਗੱਲ ਹੈ ਵੀ ਐਕਸਪ੍ਰੈਸ਼ਨ ਨੂੰ, ਮੀਡੀਆ ਨੂੰ ਕੰਟਰੋਲ ਕਰਨਾ ਹੈ। ਸੋ ਕਿਵੇਂ ਵੀ ਹੋਏਗਾ ਇਹ ਲੋਕ ਕਰਨ ਦੀ ਕੋਸ਼ਿਸ਼ ਕਰਨਗੇ, ਲੇਕਿਨ ਵੀ ਹੋਪ ਕਿ ਟੈਕਨੋਲੋਜੀ ਐਡੀ ਇੱਕ ਸਮਰੱਥ ਹੈ ਕਿ ਉਸ ਦੇ ਵਿੱਚ ਵੀ ਤਬਦੀਲੀਆਂ ਬਹੁਤ ਛੇਤੀ ਆ ਰਹੀਆਂ ਨੇ। ਸੋ ਇੱਕ ਟੈਕਨੋਲੋਜੀ ਜਾਂਦੀ ਹੈ, ਫੇਸਬੁੱਕ ਜਾਏਗਾ ਕੁਝ ਹੋਰ ਆ ਜਾਏਗਾ, YouTube ਜਾਏਗਾ ਕੁਝ ਹੋਰ ਆ ਜਾਏਗਾ। ਸੋ ਦੇਰ ਵਿਲ ਬੀ ਗੇਮ ਚੇਂਜਿੰਗ ਇੰਟਰਵੈਂਸ਼ਨਸ ਦੈਟ ਵਿਲ ਕੀਪ ਹੈਪਨਿੰਗ ਰਾਈਟ ਨਾਓ। ਯੈਸ, ਆਪਾਂ ਕਹਿ ਸਕਦੇ ਹਾਂ ਕਿ ਜੇ ਤੁਹਾਡੇ 'ਚ ਕਾਬਲੀਅਤ ਹੈ, ਤੁਹਾਡੇ 'ਚ ਦਮ ਹੈ, YouTube ਤੁਹਾਨੂੰ ਇੱਕ ਸਪੇਸ ਦਿੰਦਾ ਹੈ। ਹਜੇ ਤੱਕ ਸਰਕਾਰ ਦੇ ਅੱਗੇ ਉਹ ਝੁਕੇ ਨਹੀਂ ਹੈਗੇ ਨੇ। ਫੇਸਬੁੱਕ ਤੇ ਟਵਿੱਟਰ ਦੇ ਉੱਤੇ ਪ੍ਰੈਸ਼ਰ ਪੈ ਗਏ ਨੇ, ਲੇਕਿਨ YouTube ਹਜੇ ਤੱਕ ਥੋੜਾ ਜਿਹਾ ਉਸ ਪੁਆਇੰਟ ਆਫ ਵਿਊ ਨਾਲ ਆਜ਼ਾਦ ਹੈ। ਬਟ ਕਿੰਨੀ ਕੁ ਦੇਰ ਇਹ ਕੰਮ ਚੱਲੇਗਾ ਯੂ ਨੈਵਰ ਨੋ, ਬਿਕੋਜ਼ ਸਥਾਨਕ ਸਰਕਾਰਾਂ ਚਾਹਣ ਤਾਂ ਕੁਝ ਵੀ ਕਰ ਸਕਦੀਆਂ ਨੇ, ਫਿਰ ਉਹ ਰੋਕਣ ਨੂੰ ਤਾਂ ਰੋਕ ਹੀ ਸਕਦੀਆਂ ਨੇ। ਤੁਹਾਡੇ ਪ੍ਰਸਾਰਨ ਨੂੰ, ਤੁਹਾਡੇ ਵੀਡੀਓਜ਼ ਨੂੰ ਤੁਹਾਨੂੰ ਮਜਬੂਰ ਕਰ ਸਕਦੀਆਂ ਨੇ ਕਾਨੂੰਨੀ ਡੰਡਾ ਦਿਖਾ ਕੇ। ਦੇ कैन गेट द थिंग्स आउट ऑफ दैट स्फीयर। अब जैसे हम ये जो बात कर रहे हैं, हमारे में एक उम्मीद है कि चलिए किसी का ज़मीर तो जागेगा हमारी बातें सुन के, लेकिन शायद क्यों ये इकोनॉमिक्स के प्रोफेसर्स हैं, बिजनेस पढ़ाते हैं, तो उनको लग रहा है कि नहीं, ज़मीर से ज़्यादा जो है उनकी इकोनॉमिक्स पे अटैक करना ज़्यादा ज़रूरी है। कि चैनल्स का अगर रेवेन्यू मॉडल ही अपसेट हो जाए, कि कॉर्पोरेट से फंड करना बंद करे, तब शायद ये नफरत रुके। क्या ज़मीर का रोल होना चाहिए मीडिया में? ये थोड़ा सा मेरा सवाल है, आखिरी होगा सवाल। ये बहुत ही एक सब्जेक्टिव सवाल है ते अगेन इट इज़ वेरी हाइपोथेटिकल फॉर नॉट हाइपोथेटिकल बट अगेन इट इज़ वेरी रिलेटिव। ज़मीर थोड़ा ज़मीर जे तुसी कहोगे जी कि ਜਿਹੜਾ ਆ ਕੰਮ ਕਰਦੇ ਪਏ ਨੇ ਜਿਹੜੇ ਫੇਫੜੇ ਫੜ ਕੇ ਜਿਹੜੇ ਲੋਕ ਇੰਨਾ ਰੌਲਾ ਪਾ ਰਹੇ ਨੇ, ਇਹ ਕਹਿਣਗੇ ਅਸੀਂ ਦੇਸ਼ ਭਗਤੀ, ਅਸੀਂ ਦੇਸ਼ ਭਗਤ ਲੋਕ ਹਾਂ, ਅਸੀਂ ਦੇਸ਼ ਭਗਤੀ ਕਰ ਰਹੇ ਹਾਂ। ਇਹਨਾਂ ਦਾ ਜ਼ਮੀਰ ਦੇਸ਼ ਲਈ ਜਾਗਿਆ ਹੋਇਆ, ਕਿਸੇ ਦਾ ਜ਼ਮੀਰ ਆਪਣੇ ਸਮਾਜ ਲਈ ਜਾਗਦਾ, ਕਿਸੇ ਦਾ ਜ਼ਮੀਰ ਕਿਸੇ ਮਤਲਬ ਇਹ ਵੀ ਅਗੇਨ ਸਬਜੈਕਟਿਵਿਟੀ। ਆਪਣੇ ਮਨ ਨੂੰ ਤੁਸੀਂ ਬਹਿਲਾ ਸਕਦੇ ਹੋ, ਉਹਦੀ ਕੋਈ ਪਰਿਭਾਸ਼ਾ ਨਹੀਂ ਹੈ, ਠੀਕ ਹੈ ਨਾ। ਲੇਕਿਨ ਜਰਨਲਿਜ਼ਮ ਦੇ ਬੜੇ ਸਟੈਂਡਰਡ ਕੋਡਸ ਹੈਗੇ ਨੇ, ਐਥਿਕਸ ਉਹਦੇ ਬੜੇ ਵੈਲ ਲੇਡ ਆਊਟ ਹੈਗੇ ਨੇ। ਸਟੈਂਡਰਡ ਜਿਹੜੀ ਪ੍ਰੈਕਟਿਸਿਸ ਪੱਤਰਕਾਰਿਤਾ ਦੀਆਂ ਹੈਗੀਆਂ ਨੇ ਉਹ ਮਤਲਬ ਕਈ ਦਹਾਕਿਆਂ ਤੋਂ ਨਹੀਂ ਬਲਕਿ ਕਈ ਸੈਂਚੁਰੀਜ਼ ਤੋਂ ਦੇ ਆਰ ਵੈਲ ਐਸਟੈਬਲਿਸ਼ਡ, ਰਾਈਟ। ਸੋ ਉਹਦੇ 'ਚ ਸਾਨੂੰ ਕੋਈ ਦੁਵਿਧਾ ਹੈ ਨਹੀਂ ਕਿ ਅੱਛੀ ਪੱਤਰਕਾਰਿਤਾ ਤੇ ਮਾੜੀ ਪੱਤਰਕਾਰਿਤਾ ਕੀ ਹੈ। ਤਾਂ ਓਨਲੀ ਥਿੰਗ ਇਜ਼ ਕਿ ਇੱਕ ਜਿਹੜੀ ਸੋਸ਼ਲ ਸੈਂਕਸ਼ਨਿੰਗ ਹੈਗੀ ਹੈ, ਤੁਸੀਂ ਮਤਲਬ ਬਾਇਕਾਟ ਉਵੇਂ ਤਾਂ ਨਹੀਂ ਕਰ ਸਕਦੇ ਤੁਸੀਂ। ਇਹਨਾਂ ਦੀ ਫੰਡਿੰਗ ਰੋਕ ਕੇ ਵੀ ਲਿਮਿਟਿਡ ਲੈਵਲ ਦੀ ਤੁਸੀਂ ਇਹਨਾਂ ਨੂੰ ਰੋਕ ਪਾਉਂਗੇ। ਉਲਟਾ ਉਹ ਕਾਰਪੋਰੇਟ ਜਿਹੜੇ ਫੰਡਿੰਗ ਰੋਕੋ ਨੇ, ਕੱਲ੍ਹ ਨੂੰ ਉਹਨਾਂ 'ਤੇ ਦਬਾਅ ਪੈਂਦਾ ਹੈ। ਇੱਥੇ ਅਸੀਂ ਦੇਖਿਆ ਸਰਕਾਰਾਂ ਮਤਲਬ ਸਰਕਾਰ ਦੇ ਕਿਸੇ ਚੰਗੇ ਅਫਸਰ ਦੇ ਕੋਈ ਕਸਟਮ ਐਂਡ ਐਕਸਾਈਜ਼ ਮਹਿਕਮੇ ਦਾ, ਇਨਕਮ ਟੈਕਸ ਦਾ ਚੰਗਾ ਅਫਸਰ ਕਿਸੇ ਕੰਪਨੀ ਨੂੰ ਫੋਨ ਕਰਦੇ ਉਹਨੂੰ ਐਡ ਦੇ ਦੇ, ਉਹਨੂੰ ਦੇਣੀ ਪੈਂਦੀ ਹੈ। ਹਾਂ ਬਿਲਕੁਲ ਸਹੀ ਬਾਤ। ਦੈਟ ਇਜ਼ ਦ ਪਾਵਰ ਆਫ ਦ ਸਟੇਟ। ਸੋ ਸਟੇਟ ਦੇ ਨਾਲ ਕਿੱਥੇ ਲੜ ਲਾਂਗੇ, ਕੌਣ ਲੜ ਲੇਗਾ। ਲੇਕਿਨ ਗੱਲ ਤਾਂ ਇਹ ਹੈ ਵੀ ਜੇ ਤੁਸੀਂ ਇਹਨਾਂ ਨੂੰ ਆਪਣੇ ਆਪ ਆਪਣੀ ਨਜ਼ਰਾਂ ਦੇ ਵਿੱਚ ਉਹ ਇੱਜ਼ਤ ਦੇਣੀ ਬੰਦ ਕਰ ਦੋਗੇ ਤਾਂ ਉਹਦੇ ਨਾਲ ਇੱਕ ਸ਼ੁਰੂ ਹੋ ਜਾਏਗੀ ਕਿ ਮੁਹਿੰਮ। ਦ ਫਾਈਨਲ ਚੀਜ਼ ਤਾਂ ਇਹ ਹੈ ਨਾ ਵੀ ਤੁਹਾਨੂੰ ਕੀ ਉਹ ਰਿਸਪੈਕਟ ਮਿਲ ਰਹੀ ਹੈ, ਮਤਲਬ ਸਿਰਫ ਆਈਬਾਲਸ ਤੁਹਾਨੂੰ ਮਿਲ ਰਹੀਆਂ ਨੇ ਜਾਂ ਤੁਹਾਨੂੰ ਵਿਊਅਰਸ਼ਿਪ ਮਿਲ ਰਹੀ ਹੈ, ਇਹ ਕਾਫੀ ਨਹੀਂ ਹੈ। ਤੁਹਾਨੂੰ ਕੀ ਉਹ ਇੱਜ਼ਤ ਮਿਲ ਰਹੀ ਹੈ, ਸੋ ਉਹ ਇੰਪੋਰਟੈਂਟ ਆ। ਬਾਕੀ ਜ਼ਮੀਰ ਤਾਂ ਆਪਣੀ ਆਪਣੀ ਹੁੰਦਾ ਜੀ। ਮਤਲਬ ਜਿਹੜਾ ਬੰਦਾ ਕੰਮ ਕਰ ਰਿਹਾ ਉਹ ਕਹਿ ਸਕਦਾ ਕਿ ਮੈਂ ਕਿਸੇ ਕੰਪਨੀ ਲਈ ਕੰਮ ਕਰ ਰਿਹਾ, ਮੈਂ ਆਪਣੇ ਅਦਾਰੇ ਨੂੰ ਬੈਸਟ ਸਰਵਿਸ ਦੇ ਰਿਹਾ, ਉਹ ਭਾਵੇਂ ਮੈਂ ਕਿਵੇਂ ਵੀ ਦੇ ਰਿਹਾ। ਤੁਸੀਂ ਉਹਨੂੰ ਇਹ ਕੁਐਸਚਨ ਨਹੀਂ ਕਰ ਸਕਦੇ ਹੋ ਕਿ ਤੂੰ ਬੇਈਮਾਨ ਹੈ ਆਪਣੇ ਕੰਮ ਦੇ ਪ੍ਰਤੀ, ਕਿਉਂਕਿ ਮੈਂ ਆਪਣਾ ਕੰਮ ਬੜੀ ਵਫਾਦਾਰੀ ਦੇ ਨਾਲ ਕਰ ਰਿਹਾ। ਹੀ ਵਿਲ ਸੇ ਕਿ ਆਈ ਐਮ ਡੈਡੀਕੇਟਿਡ, ਠੀਕ ਹੈ ਨਾ। ਹੁਣ ਇੱਥੇ ਇੱਕ ਕਲੈਸ਼ ਹੈ, ਕਹਿੰਦਾ ਵੀ ਮੇਰਾ ਅਦਾਰਾ ਮੇਰੇ ਤੋਂ ਐਕਸਪੈਕਟ ਕਰਦਾ ਤਾਂ ਮੈਂ ਕੰਮ ਕਰ ਰਿਹਾ ਤੇ ਮੈਂ ਪੂਰੀ ਜ਼ੋਰ ਲਗਾ ਕੇ ਕੰਮ ਕਰ ਰਿਹਾ। ਸੋ ਹਾਊ ਵਿਲ ਯੂ ਸੇ ਕਿ ਉਹਦਾ ਜ਼ਮੀਰ ਨਹੀਂ ਕੰਮ ਕਰਦਾ ਪਿਆ। ਉਹ ਕਹੇਗਾ ਕਿ ਮੈਂ ਆਪਣੇ ਅਦਾਰੇ ਦੇ ਵਿੱਚ ਰਹਿ ਕੇ ਥੋੜ੍ਹਾ ਨਾ ਆਪਣਾ ਜ਼ਮੀਰ ਜਗਾ ਕੇ ਕਿ ਬਗਾਵਤ ਦਾ ਝੰਡਾ ਚੁੱਕ ਲੂੰਗਾ ਤੇ ਮੇਰਾ ਐਡੀਟਰ ਕੁਝ ਹੋਰ ਮੇਰੇ ਤੋਂ ਐਕਸਪੈਕਟ ਕਰਦਾ ਹੈ, ਮੈਂ ਕੁਝ ਹੋਰ ਕਰਨਾ ਚਾਹ ਰਿਹਾ। ਸੋ ਇਹ ਤਾਂ ਇੱਕ ਸਿਸਟਮ ਹੈ। ਆਰਗੇਨਾਈਜੇਸ਼ਨ ਦੇ ਵਿੱਚ ਰਹਿ ਕੇ ਤੁਹਾਨੂੰ ਉਹਦੀ ਹੱਦਾਂ ਦੇ ਵਿੱਚ ਰਹਿਣਾ ਪਏਗਾ। ਤਾਂ ਪ੍ਰੋਬਲਮ ਇਹਨਾਂ ਪੱਤਰਕਾਰਾਂ ਦੇ ਨਾਲ, ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ, ਐਡੀ ਨਹੀਂ ਹੈ, ਲੇਕਿਨ ਓਵਰਆਲ ਡਿਜ਼ਾਈਨ ਹੀ ਇਹੋ ਜਿਹਾ ਹੈ। ਇਹਨਾਂ ਦੇ ਜਿਹੜੇ ਸੰਪਾਦਕ ਬੈਠੇ ਹੈਗੇ ਨੇ, ਇਹ ਤਾਂ ਜ਼ਿੰਮੇਵਾਰੀ ਉਹਨਾਂ ਦੀ ਹੈ। ਇਹ ਜੋ ਡਰਾਮਾਬਾਜ਼ੀ ਹੈ, ਜਿਹੜਾ ਨਾਟਕ ਚੱਲਦਾ ਪਿਆ ਇੱਥੇ, ਇਹ ਤਾਂ ਬਹੁਤ ਛੋਟਾ ਜਿਹਾ ਪਾਰਟ ਹੈ। ਲੇਕਿਨ ਇਹਦੇ ਨਾਟਕ ਦੇ ਜਿਹੜੇ ਅਸਲ ਸੂਤਰਧਾਰ ਬੈਠੇ ਨੇ ਸੰਪਾਦਕ, ਕੁਐਸਚਨ ਤਾਂ ਉਹਨਾਂ ਨੂੰ ਪੁੱਛਣਾ ਹੈ। ਉਹਨਾਂ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਮੀਡੀਆ ਚੈਨਲ ਖੋਲ੍ਹੇ ਨੇ, ਅਦਾਰੇ ਖੋਲ੍ਹੇ ਨੇ, ਵੀ ਤੁਸੀਂ ਕਿਸ ਪਰਪਸ ਲਈ ਖੋਲ੍ਹੇ ਨੇ। ਤੇ ਜਿਹਨਾਂ ਦੇ ਮਕਸਦ ਹੀ ਬੜੇ ਕਲੀਅਰ ਨੇ ਕਿ ਸਰਕਾਰਾਂ ਦੇ ਨਾਲ ਚੰਗੇ ਸੰਬੰਧ ਬਣਾਉਣੇ ਨੇ, ਚੰਗੀ ਮੋਟੀ ਐਡਵਰਟਾਈਜ਼ਮੈਂਟ ਹਾਸਲ ਕਰਨੀ ਹੈ, ਦੈਨ ਫਿਰ ਉਹਨਾਂ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ। ਫਿਰ ਤਾਂ ਅਦਾਲਤਾਂ ਹੀ ਰੋਕ ਸਕਣਗੀਆਂ। ਜੇ ਉਹਨਾਂ ਨੂੰ ਲੱਗੇਗਾ ਕਿ ਕੁਝ ਆਬਜੈਕਸ਼ਨੇਬਲ ਹੈ, ਦੈਨ ਦੇ ਆਰ ਵੈਲ ਵਿਦ ਇਨ ਦ ਰਾਈਟ। ਲੇਕਿਨ ਉਹ ਹੋ ਨਹੀਂ ਰਿਹਾ। ਦ ਗਵਰਨਮੈਂਟ ਐਂਡ ਦ ਕੋਰਟਸ ਸ਼ੁੱਡ ਸਟੈਪ ਇਨ ਜਸਟ ਲਾਈਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਜਿੱਥੇ ਕਿਉਂਕਿ ਜਦੋਂ ਮਾਡਲ ਕੋਡ ਆਫ ਕੰਡਕਟ ਲੱਗਿਆ ਹੁੰਦਾ ਤਾਂ ਫਿਰ ਪੈਰਾਮੀਟਰ ਬਿਲਕੁਲ ਬਦਲ ਕਿਵੇਂ ਜਾਂਦਾ ਹੈ।
ਜਿਵੇਂ ਮਾਡਲ ਕੋਡ ਆਫ ਕੰਡਕਟ ਹਟਦਾ ਫਿਰ ਹੇਟ ਸਪੀਚ ਦੇ ਉੱਤੇ ਕੋਈ ਗੱਲ ਨਹੀਂ, ਹਾਲਾਂਕਿ ਹੁਣ ਹੋ ਰਹੀਆਂ ਨੇ FIR ਰਜਿਸਟਰ ਹੁੰਦੀਆਂ ਨੇ, ਲੇਕਿਨ ਅਗੇਨ ਉਹੀ ਹੈ ਵੀ ਡਿਪੈਂਡ ਕਰਦਾ ਵੀ ਸਰਕਾਰ ਕਿਹਦੀ ਹੈ, ਪਾਰਟੀ ਕਿਹਦੀ ਹੈ, ਹੇਟ ਸਪੀਚ ਦੇਣ ਵਾਲਾ ਕੌਣ ਹੈ, ਉਹਦੀ ਸਿਆਸੀ ਰੰਗਤ ਕੀ है, ਉਹਦੇ ਤਾਰ ਕਿੱਥੇ जुड़े हुए ने, सो फैक्टर्स वही ने। मैं तो इन लोगों को जर्नलिस्ट कहूँगा भी नहीं, मैं तो कहूँगा रियलिटी टीवी एक्टर्स हैं ये लोग, जो है रोज़ बिग बॉस टाइप का एक एनवायरनमेंट क्रिएट करते हैं, शोर मचा करके जो है अपना उल्लू सीधा करने की कोशिश करते हैं। इस बारे में मेरे ख्याल से आगे भी हम बात करते रहेंगे, लेकिन आज इस चर्चा में जुड़ने के लिए बहुत शुक्रिया रितेश जी। थैंक यू जी। आप सबका भी बहुत शुक्रिया एक बहुत ही अहम मौजू पे हमारे साथ जुड़ने के लिए।